कि चंडीगढ़ ਦੇ ਵਿੱਚ ਕੋਈ ਕਿਸਾਨੀ ਦਾ ਮੁੱਦਾ ਨਹੀਂ ਹੈ। ਮੇਰੇ ਤੇ ਜਦੋਂ ਅਟੈਕ ਹੋਇਆ ਤੁਸੀਂ ਦੇਖਿਆ, ਤੁਸੀਂ ਮੈਨੂੰ ਉਹਦੇ 'ਚ ਦੱਸ ਦੇਣਾ ਕਿ ਚੰਡੀਗੜ੍ਹ ਦੇ ਕਿੰਨੇ ਕਿਸਾਨ ਸੀ। ਇੱਥੇ ਦਾ ਕਿਸਾਨੀ ਦਾ ਕੋਈ ਮੁੱਦਾ ਹੀ ਨਹੀਂ ਹੈਗਾ ਤੇ ਇਹਨੂੰ ਸਿਰਫ ਪੰਜਾਬ ਦੇ ਵਿੱਚ ਮੁੱਦਾ ਬਣਾਇਆ ਹੋਇਆ ਜ਼ਿਆਦਾਤਰ। ਸੁਝਾਅ ਦੇਣ ਦੀ ਜਗ੍ਹਾ ਕਿ ਆਪਾਂ ਕਾਰਪੋਰੇਸ਼ਨ ਨੂੰ ਕਿਸ ਤਰ੍ਹਾਂ ਸਟਰੈਂਥਨ ਕਰੀਏ, ਫਾਈਨੈਂਸ਼ੀਅਲ ਸਟਰੈਂਥਨ ਕਰੀਏ, ਇਹਨੂੰ ਕਿਸ ਤਰ੍ਹਾਂ ਚਲਾਈਏ, ਉਹ ਸੁਝਾਅ ਦੇਣ ਦੀ ਜਗ੍ਹਾ ਉਹ ਇੱਕ ਰਾਜਨੀਤੀ ਕਰਦੇ ਨੇ। ਜਿਹੜੀ ਹਰ ਟਾਈਮ ਚਰਚਾ 'ਚ ਰਹਿੰਦਾ ਕਿ ਚੰਡੀਗੜ੍ਹ ਦੀ ਰੈਂਕਿੰਗ ਗਿਰ ਰਹੀ ਹੈ ਸਫਾਈ ਦੇ ਮਸਲੇ ਨੂੰ ਲੈ ਕੇ, ਹੋਰ ਚੀਜ਼ਾਂ ਨੂੰ ਲੈ ਕੇ, ਜੋ ਵੀ ਮਾਪਦੰਡ ਕੇਂਦਰ ਸਰਕਾਰ ਨੇ, ਕੇਂਦਰ 'ਚ ਵੀ ਤੁਹਾਡੀ ਸਰਕਾਰ ਹੈ ਜੀ ਜੀ, ਇਹ ਰੈਂਕਿੰਗ ਕਿਉਂ ਗਿਰ ਰਹੀ? ਇਹਦੇ ਲਈ ਤੁਸੀਂ ਕੀ ਕੀਤਾ? ਔਰ ਬਹੁਤ ਜਲਦ ਅਸੀਂ ਕਦੇ ਮਹੀਨੇ ਦੇ ਵਿੱਚ ਇਹ ਵੈਂਡਰ ਵਾਲਾ ਮਸਲਾ ਵੀ ਜਿਹੜਾ ਇਸ ਰਿਜ਼ੋਲਵ ਕਰ ਦਾਂਗੇ। ਇੱਕੋ ਹੀ ਮਸਲਾ ਸਾਡਾ ਜਿਹੜਾ ਮੇਨ ਬਚਿਆ ਹੈ ਵੈਂਡਰਸ ਵਾਲਾ, ਉਹ ਵੀ ਆਪਾਂ ਰਿਜ਼ੋਲਵ ਕਰ ਦਾਂਗੇ। 22 ਦੇ ਵਿੱਚ ਜਾ ਕੇ, ਮਤਲਬ ਜਦੋਂ ਨਵੀਂ ਕਾਰਪੋਰੇਸ਼ਨ ਆਏਗੀ, ਇਹ ਪਲਾਂਟ ਜਿਹੜਾ ਵਰਕਿੰਗ ਦੇ ਵਿੱਚ ਆ ਕੇ ਪੂਰੇ ਸ਼ਹਿਰ ਨੂੰ ਆਪਾਂ ਕਚਰਾ ਫ੍ਰੀ ਕਰਾਂਗੇ। किसान कदे भी जिहड़ा देश का अन्नदाता है वो कदे भी किसी की जान लैण की जां इदां दी हिम्मत नहीं करता, ना कि कोई इस तरह का कोई प्रयास करता है। किसान तो देश नूं अन्न दिता, जीवन दान दिंदा लोकां नूं। ये कुछ किसानां दे भेज दे विच कुछ गुंडे पोलीटिकल पार्टियां ने जिहड़े अपने स्पॉन्सर कीते ने, वो इदां दे काम कर रहे ने। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਆਰਐਸ ਲਿਬਰੇਟ ਪੁਣਛਾਣ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਪੁਣਛਾਣ ਕਰਾਂਗੇ ਕਿ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਲਗਾਤਾਰ ਪਿਛਲੇ 5 ਸਾਲਾਂ ਤੋਂ ਭਾਜਪਾ ਕਾਬਜ਼ ਹੈ। 5 ਮੇਅਰਾਂ ਨੇ ਕੰਮ ਕੀਤਾ ਹੈ। ਦਸੰਬਰ ਦੇ ਵਿੱਚ ਚੁਣਾਵ ਹੋਣ ਵਾਲੇ ਨੇ। 5 ਸਾਲਾਂ ਦਾ ਜਿਹੜਾ ਲੇਖਾ ਜੋਖਾ ਲੈ ਕੇ ਭਾਜਪਾ ਨੂੰ ਆਮ ਜਨਤਾ ਦੇ ਵਿੱਚ ਜਾਣਾ ਪੈਣਾ ਹੈ। ਪਰ ਆਪਾਂ ਗੱਲ ਕਰਾਂਗੇ ਇਹ ਲਾਸਟ ਸਾਲ ਦੇ ਵਿੱਚ ਭਾਜਪਾ ਨੇ ਇਹੋ ਜਿਹੇ ਕਿਹੜੇ ਕੰਮ ਕੀਤੇ ਜਿਹੜੇ ਲੋਕਾਂ 'ਚ ਲੈ ਕੇ ਜਾਣੇ ਨੇ, ਜਾਂ ਕੀ ਗੱਲ ਕਰਨਗੇ, ਕਿੱਥੇ ਉਹ ਪਿੱਛੇ ਰਹਿ ਗਏ। ਚੁਣੌਤੀ ਪੂਰੇ ਦੇਸ਼ ਦੇ ਵਿੱਚ ਬਣੀ ਹੋਈ ਹੈ ਭਾਜਪਾ ਲਈ, ਪਰ ਆਪਾਂ ਸਿਰਫ ਚੰਡੀਗੜ੍ਹ ਦੀਆਂ ਚੁਣੌਤੀਆਂ ਨੂੰ ਲੈ ਕੇ ਗੱਲ ਕਰਾਂਗੇ, ਚੰਡੀਗੜ੍ਹ ਦੇ ਵਿਕਾਸ ਨੂੰ ਲੈ ਕੇ ਗੱਲ ਕਰਾਂਗੇ, ਕਿਉਂਕਿ ਪੰਜਾਬ ਦੀ ਰਾਜਧਾਨੀ ਹੈ। ਇੱਥੋਂ ਦੇ ਸਿਆਸੀ ਸਮੀਕਰਨ ਜਲਦੀ ਇਸ ਤੋਂ ਆਉਣ ਵਾਲੀਆਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਪ੍ਰਭਾਵਿਤ ਕਰਨਗੇ। ਇਸ ਕਰਕੇ ਦਰਸ਼ਕਾਂ 'ਚੋਂ ਬਖਵਾ ਨਾ ਬਣਦੇ ਹੋਏ ਸ਼੍ਰੀ ਰਵੀਕਾਂਤ ਸ਼ਰਮਾ ਜੀ ਚੰਡੀਗੜ੍ਹ ਦੇ ਮੇਅਰ ਨੇ, ਉਹ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਮੇਅਰ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਅੱਜ ਤੁਸੀਂ ਲਿਬਰੇਟ ਜੀ ਇੱਥੇ ਬੁਲਾਇਆ। ਮੇਅਰ ਸਾਹਿਬ, ਦਸੰਬਰ ਦੇ ਵਿੱਚ ਚੁਣਾਵ ਨੇ, 5 ਸਾਲ ਆਪਣੇ ਮੇਅਰਾਂ ਨੇ ਅਲੱਗ-ਅਲੱਗ ਕਿਸਮ ਦਾ ਕੰਮ ਕੀਤਾ। ਤੁਸੀਂ ਆਪਣੇ ਸਾਲ ਦੇ ਵਿੱਚ ਕਿਹੜੀ ਤਰੀਕੇ ਨਾਲ ਐਸਾ ਕੰਮ ਕੀਤਾ ਕਿ ਲੋਕਾਂ ਦੇ ਵਿੱਚ ਜਾ ਕੇ ਭਾਜਪਾ ਦੀ ਛਵੀ ਨੂੰ ਤੁਸੀਂ ਨਿਖਾਰ ਸਕੋਗੇ? ਲਿਬਰੇਟ ਜੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ 5 ਸਾਲ, ਮੈਂ ਕਹਾਂਗਾ ਕਿ ਪਿਛਲੇ 6 ਸਾਲ ਚੱਲਿਆ ਭਾਜਪਾ ਦੀ ਜਿਹੜੀ ਕਾਰਪੋਰੇਸ਼ਨ ਚੱਲੀ ਹੈ, ਕਿਉਂਕਿ 2016 ਦੇ ਵਿੱਚ ਵੀ ਜਦੋਂ ਪਿਛਲੀ ਕਾਰਪੋਰੇਸ਼ਨ ਸੀਗੀ ਤੇ ਸਾਡੇ ਅਰੁਣ ਸੂਦ ਜੀ ਜਿਹੜੇ ਪਾਰਟੀ ਪ੍ਰਧਾਨ ਨੇ ਹੁਣੇ, ਉਸ ਵੇਲੇ ਮੇਅਰ ਬਣੇ ਸੀਗੇ ਔਰ ਸ਼ਹਿਰ ਦੇ ਵਿਕਾਸ ਦੇ ਵਿੱਚ ਇੱਕ ਨਵਾਂ ਇਤਿਹਾਸ ਉਹਨਾਂ ਨੇ ਜੋੜਿਆ ਸੀਗਾ। ਉਸ ਵੇਲੇ ਜਿਹੜਾ 24/7 ਜਿਹੜਾ ਵਾਟਰ ਵਰਕਸ ਦਾ ਪ੍ਰੋਜੈਕਟ ਚੰਡੀਗੜ੍ਹ 'ਚ ਲੈ ਕੇ ਆਏ ਸੀ। ਬੜੇ ਸਾਲਾਂ ਤੋਂ, 15 ਸਾਲਾਂ ਤੋਂ ਲਗਭਗ ਕਾਂਗਰਸ ਦੀ ਕਾਰਪੋਰੇਸ਼ਨ ਸੀਗੀ ਔਰ ਉਹਨਾਂ ਨੇ ਉਸ ਕੰਮ ਦੀ ਸ਼ੁਰੂਆਤ ਤੱਕ ਨਹੀਂ ਕਰ ਪਾਏ ਥੇ। ਇੱਕ MOU ਜਿਹੜਾ ਸਾਈਨ ਕਰਵਾਉਣਾ ਸੀ ਦੋ ਸਰਕਾਰਾਂ ਦੇ ਵਿੱਚ ਚੰਡੀਗੜ੍ਹ ਨੂੰ ਪਾਣੀ ਲਿਆਉਣ ਦੇ ਲਈ, ਉਹ ਨਹੀਂ ਕਰਵਾ ਪਾਏ ਸੀ। ਮਗਰ ਸਾਡੇ ਉਸ ਵੇਲੇ ਅਸੀਂ ਓਪੋਜੀਸ਼ਨ ਸੀਗੇ, ਸਾਡਾ ਮੇਅਰ ਬਣਿਆ ਤੇ ਅਸੀਂ ਉਹ ਕੰਮ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਲਗਾਤਾਰ ਜਿਹੜੀ ਸ਼ਹਿਰ ਦੇ ਵਿਕਾਸ ਦੀ ਜਿਹੜੀ ਗਤੀ ਹੈ, ਉਹ ਪੂਰਾ ਵਿਕਾਸ ਗਤੀ ਦੇ ਨਾਲ ਹੋ ਰਿਹਾ ਹੈ। ਔਰ ਮੈਂ ਜਿਸ ਤਰ੍ਹਾਂ ਬਣਿਆ ਸੀ ਜਦੋਂ ਮੇਅਰ, ਉਸ ਵੇਲੇ ਵੀ ਤੁਸੀਂ ਮੇਰੇ ਤੋਂ ਪੁੱਛੇ ਸੀ ਕਿ ਕਿਹੜਾ ਕੰਮ ਤੁਸੀਂ ਜਿਹੜਾ ਪ੍ਰੋਜੈਕਟ ਕਰਨਾ ਚਾਹੁੰਦੇ ਹੋ, ਮੈਂ ਇੱਕੋ ਹੀ ਗੱਲ ਕਹੀ ਸੀ ਕਿ ਮੈਂ ਕੋਈ ਨਵਾਂ ਪ੍ਰੋਜੈਕਟ ਹਲੇ ਸ਼ੁਰੂ ਨਹੀਂ ਕਰਨ ਜਾ ਰਿਹਾ। ਸਾਡੇ ਪਿਛਲੇ ਮੇਅਰ ਜਿਹੜੇ ਸੀਗੇ, ਉਹਨਾਂ ਨੇ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਸੀ, ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਕੰਪਲੀਟ ਕਰਾਂਗਾ। ਔਰ ਅਸੀਂ ਬਿਲਕੁਲ ਅੱਜ ਮੈਂ ਬੜੇ ਦਾਅਵੇ ਦੇ ਨਾਲ ਕਹਿ ਸਕਦਾ ਹਾਂ ਕਿ ਪਿਛਲੇ 7 ਮਹੀਨੇ ਦੇ ਵਿੱਚ ਆਪਾਂ ਜਿਹੜੇ ਕੰਮ ਪੈਂਡਿੰਗ ਸੀਗੇ ਉਹ ਲਗਭਗ ਸਾਰੇ ਖਤਮ ਕਰਤੇ ਤੇ
ਆਉਣ ਵਾਲੇ ਟਾਈਮ ਦੇ ਵਿੱਚ ਸ਼ਹਿਰ ਦੇ ਵਿਕਾਸ ਜਿਹੜੇ ਹੋਰ ਨਵੇਂ ਕੰਮ ਹੈ ਉਹ ਅਸੀਂ ਸ਼ੁਰੂ ਕਰਾਂਗੇ। ਜਦੋਂ ਤੁਸੀਂ ਜਨਵਰੀ ਮਹੀਨੇ ਦੇ ਵਿੱਚ ਅਹੁਦਾ ਸੰਭਾਲਿਆ ਸੀਗਾ, ਜ਼ਿੰਮੇਵਾਰੀ ਸੰਭਾਲੀ ਸੀ, ਉਦੋਂ ਇੱਕ ਬਜਟ ਦੀ ਬਹੁਤ ਵੱਡੀ ਚੁਣੌਤੀ ਸੀ, ਉਹਨੂੰ ਤੁਸੀਂ ਕਿਵੇਂ ਨਜਿੱਠਿਆ? ਲਿਬਰੇਟ ਜੀ, ਉਸ ਵੇਲੇ ਬਜਟ ਦੀ ਬਹੁਤ ਬੜੀ ਚੁਣੌਤੀ ਸੀ ਔਰ ਆਪੋਜੀਸ਼ਨ ਤੁਸੀਂ ਤੇ ਅਕਸਰ ਦੇਖਿਆ ਹੈ ਕਿ ਹਾਊਸ ਦੇ ਵਿੱਚ ਵੀ ਇੱਕੋ ਹੀ ਗੱਲ ਕਹਿੰਦੇ ਸੀਗੇ ਉਹ ਕਿ ਇਹ ਤਾਲੇ ਜਿਹੜੇ ਹੈ ਲਗਾ ਦਿਓ ਕਾਰਪੋਰੇਸ਼ਨ ਨੂੰ ਬੰਦ ਕਰ ਦਿਓ, ਜਦ ਕਿ ਸੁਝਾਅ ਦੇਣ ਦੀ ਜਗ੍ਹਾ ਕਿ ਆਪਾਂ ਕਾਰਪੋਰੇਸ਼ਨ ਨੂੰ ਕਿਸ ਤਰ੍ਹਾਂ ਸਟਰੈਂਥਨ ਕਰੀਏ, ਫਾਈਨੈਂਸ਼ੀਅਲ ਸਟਰੈਂਥਨ ਕਰੀਏ, ਇਹਨੂੰ ਕਿਸ ਤਰ੍ਹਾਂ ਚਲਾਈਏ, ਉਹ ਸੁਝਾਅ ਦੇਣ ਦੀ ਜਗ੍ਹਾ ਉਹ ਇੱਕ ਰਾਜਨੀਤੀ ਕਰਦੇ ਰਹੇ। ਮਗਰ ਜਦੋਂ ਦਾ ਮੈਂ ਮੇਅਰ ਬਣਿਆ ਹੈ, ਮੇਰੀ ਪਾਰਟੀ ਦੇ ਆਸ਼ੀਰਵਾਦ ਦੇ ਨਾਲ ਪਾਰਟੀ ਨੇ ਵੀ ਪੂਰੇ ਪ੍ਰਯਾਸ ਕੀਤੇ। ਮੈਂ ਜਾ ਕੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਕੇ ਗਵਰਨਰ ਸਾਹਿਬ ਨੂੰ, ਐਡਵਾਈਜ਼ਰ ਸਾਹਿਬ ਨੂੰ ਜਾ ਕੇ ਮਿਲਿਆ ਔਰ ਪਹਿਲੀ ਹੀ ਮੀਟਿੰਗ ਦੇ ਵਿੱਚ ਲਗਭਗ 284 ਕਰੋੜ ਦੇ ਜਿਹੜੇ ਫੰਡ ਹੈ ਉਹਨਾਂ ਨੇ ਸਾਨੂੰ ਕਾਰਪੋਰੇਸ਼ਨ ਨੂੰ, ਐਡਮਿਨਿਸਟ੍ਰੇਸ਼ਨ ਨੇ ਜਿਹੜੇ ਦਿੱਤੇ ਹੈ, ਜਿਹਦੇ ਨਾਲ ਅੱਜ ਸਾਰੀ ਵਿਕਾਸ ਜਿਹੜਾ ਸ਼ਹਿਰ ਦਾ ਉਹ ਕਿਤੇ ਵੀ ਰੁਕ ਨਹੀਂ ਰਿਹਾ, ਚਾਹੇ ਉਹ ਸੜਕਾਂ ਦੇ ਕੰਮ ਸੀਗੇ, ਚਾਹੇ ਹੋਰ ਕੰਮ ਸੀਗੇ। ਅੱਜ ਵਿਕਾਸ ਪੂਰੀ ਗਤੀ ਦੇ ਨਾਲ ਚੱਲ ਰਿਹਾ ਹੈ। ਫਿਰ ਤੁਸੀਂ ਆਪ ਦੀ ਟੈਨਿਓਰ ਦੇ ਵਿੱਚ ਕਿਹੜੀ ਐਸੀ ਪ੍ਰਾਪਤੀ ਕੀਤੀ ਜਿਹੜੀ ਸੈਂਟਰ ਤੱਕ ਪ੍ਰਭਾਵਿਤ ਕੀਤਾ? ਜਿਸ ਨੂੰ ਦੇਖੋ, ਸਾਰੇ ਕੰਮ ਜਿਸ ਤਰ੍ਹਾਂ ਮੈਂ ਕਿਹਾ ਕਿ ਪੁਰਾਣੇ ਜਿਹੜੇ ਪੈਂਡਿੰਗ ਸੀਗੇ, ਪਿਛਲੇ ਸਾਲ ਦੇ ਵਿੱਚ ਕਰੋਨਾ ਨੇ ਸਾਨੂੰ ਕੋਈ ਕੰਮ ਨਹੀਂ ਕਰਨ ਦਿੱਤਾ। 2019 ਤੋਂ ਸਾਡੇ ਜਿਹੜੇ ਈਵਨ ਸੜਕਾਂ ਦੇ ਕੰਮ ਸੀਗੇ, ਤੁਸੀਂ ਵੀ ਮੀਡੀਆ ਦੇ ਵਿੱਚ ਇਸ਼ੂ ਜਿਹੜੇ ਤੁਹਾਡੇ ਤੁਸੀਂ ਚੱਕਦੇ ਸੀਗੇ ਕਿ ਚੰਡੀਗੜ੍ਹ ਦੀ ਸੜਕਾਂ ਦੀ, ਉਹ ਸੜਕਾਂ ਦੇ ਜਿੰਨੇ ਕੰਮ ਸੀਗੇ ਉਹ ਸਾਰੇ ਕੀਤੇ। ਔਰ ਖਾਸ ਕਰ 13 ਪਿੰਡ ਜਿਹੜੇ ਸਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਆਏ ਹੈ 2 ਸਾਲ ਪਹਿਲੇ, ਉਹਨਾਂ ਦਾ ਵਿਕਾਸ ਜਿਹੜਾ ਬਿਲਕੁਲ ਰੁਕਿਆ ਹੋਇਆ ਸੀ। ਉਹਨਾਂ ਦੇ ਲਈ ਫੰਡਸ ਦੀ ਮੈਨੇਜਮੈਂਟ ਕਰਨਾ, ਉਹਨਾਂ ਦੇ ਕੰਮ ਸ਼ੁਰੂ ਕਰਵਾਉਣਾ, ਤੇ ਇਹ ਬਹੁਤ ਇੱਕ ਅੱਛਾ ਅਸੀਂ ਉਪਰਾਲਾ ਕੀਤਾ। ਆ ਕੇ ਮੇਰੀ ਪਾਰਟੀ ਨੇ ਪੂਰਾ ਸਹਿਯੋਗ ਦਿੱਤਾ ਔਰ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਅਸੀਂ 102 ਕਰੋੜ ਦੇ ਪ੍ਰੋਜੈਕਟ ਜਿਹੜੇ ਹੈ ਉਹਨਾਂ 13 ਪਿੰਡਾਂ ਦੇ ਲਈ ਜਿਹੜਾ 102 ਕਰੋੜ ਰੁਪਇਆ ਲੈ ਕੇ ਆਏ ਹਾਂ। ਉਹਦੇ ਸੀਵਰ ਦੇ ਕੰਮ, ਸਟੋਮ ਦੇ ਕੰਮ, ਤੁਹਾਡੇ ਸੜਕਾਂ ਦੇ ਕੰਮ, ਇਹ ਜਿਹੜੇ ਆ ਹੁਣ ਟੈਂਡਰ ਸਾਡੇ ਹੋ ਗਏ ਆ, ਕੰਮ ਜਿਹੜੇ ਸ਼ੁਰੂ ਹੋਣ ਜਾ ਰਹੇ ਆ, ਤੇ ਉਹ ਪਿੰਡਾਂ ਦਾ ਵਿਕਾਸ ਜਿਹੜੇ 13 ਪਿੰਡ ਨੇ ਉਹਨਾਂ ਦਾ ਵਿਕਾਸ ਅਸੀਂ ਪੂਰੇ ਸ਼ਹਿਰ ਦੀ ਤਰਜ਼ ਤੇ ਕਰਨ ਜਾ ਰਹੇ ਹਾਂ। ਚਲੋ, ਪਿੰਡਾਂ ਦੇ ਮਸਲੇ ਤੁਸੀਂ ਪਹਿਲਾਂ ਸ਼ੁਰੂ ਕਰ ਲਏ, ਚਲੋ ਉਹ ਵੀ ਕਰਾਂਗੇ ਆਪਾਂ ਗੱਲ। ਵਧੀਆ ਕੀਤਾ ਜੇ ਤੁਸੀਂ 102 ਕਰੋੜ ਰੁਪਈਆ ਲਿਆਂਦਾ। ਪਿੰਡਾਂ ਦੇ ਵਿਕਾਸ ਦੀ ਗੱਲ ਹੋਈ ਹੈ, ਜਦੋਂ ਹੁਣੇ ਸ਼ਾਮਲ ਹੋਏ ਉਹਦੇ ਲਈ ਨਵੀਆਂ ਨੀਤੀਆਂ ਵੀ ਬਣਨੀਆਂ, ਪਿੰਡੂ ਵਿਕਾਸ ਕਮੇਟੀ ਵੀ ਬਣਾਈ ਗਈ ਹੈ, ਉਹ ਵੀ ਸ਼ਾਇਦ ਇੱਕ ਇਹਦੇ ਵਿੱਚ ਦੇਖ ਰਹੀ ਹੈ ਕੀ ਮੁਸ਼ਕਲਾਂ ਨੇ। ਤੁਸੀਂ ਇਹ ਦੱਸੋ ਵੀ ਜਿਹੜੀ ਹਰ ਟਾਈਮ ਚਰਚਾ 'ਚ ਰਹਿੰਦਾ ਕਿ ਚੰਡੀਗੜ੍ਹ ਦੀ ਰੈਂਕਿੰਗ ਗਿਰ ਰਹੀ ਹੈ, ਸਫਾਈ ਦੇ ਮਸਲੇ ਨੂੰ ਲੈ ਕੇ, ਹੋਰ ਚੀਜ਼ਾਂ ਨੂੰ ਲੈ ਕੇ, ਜੋ ਵੀ ਮਾਪਦੰਡ ਕੇਂਦਰ ਸਰਕਾਰ ਨੇ, ਕੇਂਦਰ 'ਚ ਵੀ ਤੁਹਾਡੀ ਸਰਕਾਰ ਹੈ ਜੀ, ਇਹ ਰੈਂਕਿੰਗ ਕਿਉਂ ਗਿਰ ਰਹੀ ਹੈ? ਇਹਦੇ ਲਈ ਤੁਸੀਂ ਕੀ ਕੀਤਾ? ਦੇਖੋ, ਰੈਂਕਿੰਗ ਜਿਹੜੀ ਸੀਗੀ 2018 ਦੇ ਵਿੱਚ ਅਗਰ ਤੁਸੀਂ ਦੇਖੋਗੇ ਤੇ ਸਾਡੀ ਰੈਂਕਿੰਗ ਜਿਹੜੀ ਗਿਰੀ ਸੀ, ਤੇ ਉਹਦਾ ਜਦੋਂ ਸਰਵੇਖਣ ਦਾ ਜਿਹੜਾ ਰਿਜ਼ਲਟ ਆਇਆ ਸੀ, ਤੇ ਪਹਿਲੇ ਇੱਕ ਰੈਂਕਿੰਗ ਹੁੰਦੀ ਸੀ ਕਿ ਸ਼ਹਿਰ ਨੂੰ ਦੇਖਿਆ ਜਾਂਦਾ ਸੀ, ਇੱਕ ਟੀਮ ਆਉਂਦੀ ਸੀ ਸ਼ਹਿਰ ਨੂੰ ਦੇਖਦੀ ਸੀ, ਸ਼ਹਿਰ ਕਿੰਨਾ ਕੁ ਸੁੰਦਰ ਹੈ, ਕੀ ਹੈ, ਇੱਕ ਸਿੰਪਲ ਇੱਕ ਫਾਰਮੈਟ ਤੇ ਆ ਕੇ ਉਹ ਆਪਣਾ ਇੱਕ ਆਬਜ਼ਰਵੇਸ਼ਨ ਕਰਕੇ ਲੈ ਜਾਂਦੇ ਸੀ, ਉਹਦੇ ਰਿਜ਼ਲਟ ਆਉਂਦੇ ਸੀ। ਅੱਜ ਕੱਲ੍ਹ ਇੱਕ ਸਰਕਾਰ ਨੇ ਜਿਹੜੇ ਇੱਕ ਪੈਰਾਮੀਟਰ ਤੈਅ ਕਰਤੇ ਹੈ ਜੀ। ਜਿਸ ਤਰ੍ਹਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਲਈਏ, ਇੱਕ ਬੱਚਾ ਹੈ, ਉਹ 10ਵੀਂ ਕਲਾਸ 'ਚ ਅਗਰ ਪੜ੍ਹਦਾ ਹੈ, ਤੇ ਉਹ ਸਕੂਲ ਦੇ ਜਦੋਂ ਐਗਜ਼ਾਮ ਹੁੰਦੇ ਆ ਉਹਦੇ ਅਲੱਗ-ਅਲੱਗ ਸਬਜੈਕਟ ਨੇ, ਉਹਦੇ ਕੋਲ ਇੰਗਲਿਸ਼ ਵੀ ਹੈ, ਉਹਦੇ ਕੋਲ ਹਿੰਦੀ ਵੀ ਹੈਗੀ ਹੈ, ਉਹਦੇ ਕੋਲ ਮੈਥ ਵੀ ਹੈਗਾ, ਉਹਦੇ ਕੋਲ ਸਾਇੰਸ ਵੀ ਹੈ। ਹਰ ਸਬਜੈਕਟ ਦੇ ਵਿੱਚ ਜਦੋਂ ਤੱਕ ਉਹ ਪਾਸ ਨਹੀਂ ਹੋਏਗਾ ਤਦ ਤੱਕ ਅਸੀਂ ਉਹਨੂੰ ਪਾਸ ਨਹੀਂ ਕਰਦੇ, ਔਰ ਡਿਸਟਿੰਕਸ਼ਨ ਜਦੋਂ ਲੈਂਦਾ ਹੈ ਤਦੇ ਉਹ ਬੱਚਾ ਜਿਹੜਾ ਕਲਾਸ ਦੇ ਵਿੱਚ ਫਸਟ ਜਾਂ ਸੈਕੰਡ ਆਉਂਦਾ, ਜਦੋਂ ਉਹ ਡਿਸਟਿੰਕਸ਼ਨ ਦੇ ਮਾਰਕ। ਸੇਮ ਪੈਰਾਮੀਟਰ ਦੇ ਉੱਤੇ ਗਵਰਨਮੈਂਟ ਨੇ ਇੱਕ ਤੈਅ ਕੀਤਾ ਹੈ ਕਿ ਅਲੱਗ-ਅਲੱਗ ਚੀਜ਼ਾਂ ਦੇ ਤੁਹਾਨੂੰ ਅਲੱਗ-ਅਲੱਗ ਨੰਬਰ ਹੈ। ਤੁਹਾਡੇ ਅਗਰ ਓਪਨ ਡੈਫੀਕੇਸ਼ਨ ਫ੍ਰੀ ਸ਼ਹਿਰ ਹੋਇਆ ਹੈ, ਉਹਦੇ ਮਾਰਕਸ ਅਲੱਗ ਨੇ। ਇੱਕ 2018 ਦੇ ਵਿੱਚ ਜਦੋਂ ਅਸੀਂ ਸਾਡਾ ਰਿਜ਼ਲਟ ਆਇਆ ਤੇ ਅਸੀਂ ਦੇਖਿਆ, ਤੁਸੀਂ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ, ਸਾਰੇ ਅੰਕੜੇ ਉੱਥੇ ਮਿਲਣਗੇ ਕਿ ਸਿਟੀਜ਼ਨ ਫੀਡਬੈਕ ਜਿਹੜੀ ਜ਼ਰੂਰੀ ਸੀਗੀ, ਉਹਦੇ ਵਿੱਚ ਇੱਕ ਕ੍ਰਾਈਟੇਰੀਆ ਸੀਗਾ ਕਿ ਇੱਕ 10 ਲੱਖ ਦੀ ਪੋਪੂਲੇਸ਼ਨ ਦੇ ਉੱਤੇ ਕਿੰਨੇ % ਲੋਕਾਂ ਨੇ ਜਿਹੜਾ ਆਪਣਾ ਫੀਡਬੈਕ ਦੇਣਾ, ਤੇ ਉਹ ਜ਼ਰੂਰੀ ਸੀਗਾ, ਉਹ ਫੀਡਬੈਕ ਨਹੀਂ ਮਿਲੀ। ਤੇ ਉਸ ਵੇਲੇ ਅਸੀਂ ਜਿਹੜੇ 18 ਦੇ ਵਿੱਚ ਹੈ, ਆਪਾਂ ਜਿਹੜਾ 19 'ਚ ਰਿਜ਼ਲਟ ਆਇਆ ਸਾਡਾ 18 ਵਾਲਾ, ਅਸੀਂ ਉਹਦੇ 'ਚ ਪਿਛੜੇ, ਅਸੀਂ ਪ੍ਰਯਾਸ ਕੀਤਾ। ਫਿਰ 2018 ਦੇ ਵਿੱਚ ਸਾਰਾ ਸਕੂਲਾਂ ਦੇ ਵਿੱਚ ਗਏ, ਸਕੂਲਾਂ ਦੇ ਸਾਡੇ ਕਾਉਂਸਲਰ ਨੇ, ਸਾਡੇ ਆਫੀਸਰਸ ਨੇ ਜਾ ਕੇ, ਕਮਿਸ਼ਨਰ ਸਾਹਿਬ ਨੇ ਜਾ ਕੇ ਅਸੀਂ ਲੋਕਾਂ ਨੂੰ ਇਹਦੇ ਬਾਰੇ ਆਗਾਹ ਕੀਤਾ, ਔਰ ਲੋਕਾਂ ਨੇ ਆਪਣੀ ਫੀਡਬੈਕ ਸ਼ਹਿਰ ਦੇ ਲੋਕਾਂ ਨੇ ਦਿੱਤੀ। ਦੈਨ ਉਸ 'ਤੇ ਨੈਕਸਟ ਈਅਰ ਜਿਹੜੀ ਰੈਂਕਿੰਗ ਸਾਡੀ ਤੁਹਾਡੀ ਵਧੀਆ ਆਈ। ਉਸ ਤੋਂ ਬਾਅਦ ਜਿਹੜਾ 2019 ਦੇ ਵਿੱਚ ਜਦੋਂ ਆਪਾਂ ਗਏ ਹਾਂ ਤੇ ਤੁਹਾਡਾ ਸੈਗਰੀਗੇਸ਼ਨ ਐਟ ਸੋਰਸ ਜਿਹੜਾ ਉਹ ਇੱਕ ਬਹੁਤ ਬੜਾ ਮੁੱਦਾ ਸੀਗਾ। ਅਸੀਂ ਸੈਗਰੀਗੇਸ਼ਨ ਨਹੀਂ ਕਰ ਰਹੇ। ਦੇਖੋ, ਇੰਦੌਰ ਅਗਰ ਨੰਬਰ 1 ਤੇ ਆ ਰਿਹਾ, ਉਹਨਾਂ ਨੇ ਹਰ ਪੈਰਾਮੀਟਰ ਦੇ ਵਿੱਚ ਡਿਸਟਿੰਕਸ਼ਨ ਲਈ ਹੈ, ਤਦੇ ਹੀ ਉਹ ਨੰਬਰ 1 ਤੇ ਸਾਡੀ ਉਹ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਸੀ, ਇਸ ਸਾਲ ਦੇ ਵਿੱਚ ਜਾ ਕੇ ਜਿਹੜਾ 2021 ਹੁਣ ਚੱਲ ਰਿਹਾ ਹੈ, ਤੇ ਅਸੀਂ ਉਹ ਕਾਫੀ ਚੀਜ਼ਾਂ ਜਿਹੜੀਆਂ ਸਾਰੀਆਂ ਆਪਣੀਆਂ ਪੂਰੀਆਂ ਕਰ ਲਈਆਂ। ਔਰ ਇਸ ਵਾਰ ਅਸੀਂ ਜਿਹੜੀ 5 ਸਟਾਰ ਰੈਂਕਿੰਗ ਦੇ ਲਈ ਅਪਲਾਈ ਕੀਤਾ ਹੈ।
ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਜਿਹੜੀ ਰੈਂਕਿੰਗ ਹੈ ਸਾਡੀ ਉਹ ਟੌਪ 5 ਦੇ ਵਿੱਚ ਆਪਾਂ ਜ਼ਰੂਰ ਆਵਾਂਗੇ। ਨਹੀਂ, ਪਿਛਲੇ 5 ਸਾਲਾਂ ਦੇ ਵਿੱਚ, ਯਾਨੀ ਤੁਸੀਂ ਤਾਂ 6 ਸਾਲਾਂ ਦੀ ਗੱਲ ਕੀਤੀ ਹੈ ਕਿ ਭਾਜਪਾ ਦੇ ਅੰਡਰ ਹੀ ਇਹ ਰਿਹਾ ਸਾਰਾ ਕਾਰਪੋਰੇਸ਼ਨ ਦਾ, ਤੇ ਉਹ ਜਿਹੜੀ ਆਮ ਜਨਤਾ ਦੀ ਬੈਕਫੀਡ ਕਿਉਂ ਨਹੀਂ ਦਿੱਤੀ ਗਈ ਉੱਥੇ? ਕਿ ਕਿਤੇ ਨਾ ਕਿਤੇ ਪਾਰਟੀ ਦਾ ਗੈਪ ਨਹੀਂ ਰਿਹਾ ਆਮ ਲੋਕਾਂ ਨਾਲ? ਨਹੀਂ, ਮੈਂ ਦੱਸ ਦੇਣਾ, ਜਿਸ ਤਰ੍ਹਾਂ ਮੈਂ ਕਿਹਾ ਕਿ ਪਹਿਲੇ ਜਿਹੜੇ ਹੈ ਪੈਰਾਮੀਟਰਸ ਨਹੀਂ ਸੀਗੇ ਜਦੋਂ ਸ਼ੁਰੂ ਹੋਇਆ ਹੈ ਰੈਂਕਿੰਗ, ਉਸ ਵੇਲੇ ਅਸੀਂ ਟੌਪ, ਅਸੀਂ ਨੰਬਰ 1 ਵੀ ਆਏ, 2 ਵੀ ਆਏ, 3 ਵੀ ਆਏ, 5 ਵੀ ਆਏ। ਅਸੀਂ ਪਹਿਲੇ 2-3 ਸਾਲਾਂ ਦੇ ਵਿੱਚ 2-3 ਉੱਪਰ ਦੀਆਂ ਪੋਜੀਸ਼ਨਾਂ 'ਚ ਆਏ, ਮਗਰ ਜਦੋਂ ਇਹ ਪੈਰਾਮੀਟਰ ਸ਼ੁਰੂ ਹੋਏ ਤੇ ਸਾਡੀਆਂ ਵਿਵਸਥਾਵਾਂ ਨਹੀਂ ਸੀਗੀਆਂ। ਡੋਰ ਟੂ ਡੋਰ ਸੈਗਰੀਗੇਸ਼ਨ ਦਾ ਐਡਾ ਵੱਡਾ ਮੁੱਦਾ ਸੀਗਾ, ਜਿਹੜਾ ਅਸੀਂ ਹੁਣ ਮੇਰੇ ਟੈਨਿਓਰ ਦੇ ਵਿੱਚ ਹੀ ਅਸੀਂ ਫਾਈਨਲ ਆ ਕੇ ਕਰਕੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਲਾਂਚ ਕੀਤਾ, ਔਰ ਇਸ ਵੇਲੇ ਸ਼ਹਿਰ ਦੇ ਵਿੱਚ ਲਗਭਗ 500 ਪਲੱਸ ਸਾਡੇ ਜਿਹੜੇ ਵਹੀਕਲ ਚੱਲ ਰਹੇ ਆ, ਡੋਰ ਟੂ ਡੋਰ ਜਿਹੜੇ ਕਲੈਕਸ਼ਨ ਕਰ ਰਹੇ ਨੇ, ਸੈਗਰੀਗੇਸ਼ਨ ਕਰ ਰਹੇ ਆ, ਤੇ ਸਮੇਂ ਦੇ ਹਿਸਾਬ ਦੇ ਨਾਲ ਅਸੀਂ ਸਾਰੀਆਂ ਜਿਹੜੀਆਂ ਵਿਵਸਥਾਵਾਂ ਕੀਤੀਆਂ, ਔਰ ਅੱਜ ਦੀ ਡੇਟ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਲਗਭਗ ਜਿਹੜੀਆਂ ਚੀਜ਼ਾਂ ਸਾਰੀਆਂ ਪੂਰੀਆਂ ਕਰ ਲਈਆਂ, ਔਰ ਰੈਂਕਿੰਗ ਦੇ ਵਿੱਚ ਅਸੀਂ ਟੌਪ ਜਿਹੜੇ ਆ ਉਹ 5 ਦੇ ਵਿੱਚ ਜ਼ਰੂਰ ਆਉਣ ਦੀ ਪੋਜੀਸ਼ਨ 'ਚ ਹੈਗੇ ਨੇ। ਤੁਹਾਨੂੰ ਤੁਹਾਡੀ ਟੈਨਿਓਰ ਦੇ ਵਿੱਚ ਵੀ ਕੁਝ ਅਵਾਰਡ ਮਿਲੇ ਨੇ, ਕਿਹੜੇ ਅਵਾਰਡ ਮਿਲੇ ਨੇ? ਦੇਖੋ, ਸਾਨੂੰ ਜਿਹੜੇ 4 ਅਵਾਰਡ ਮਿਲੇ ਨੇ। ਜਦੋਂ ਮੈਂ ਮੇਅਰ ਬਣਿਆ ਸੀ ਉਸ ਤੋਂ ਲਗਭਗ 5-6 ਦਿਨ ਬਾਅਦੋਂ ਇੱਕ ਸਾਨੂੰ ਅਵਾਰਡ ਮਿਲਿਆ ਸੀ ਐਨਰਜੀ ਕੰਜ਼ਰਵੇਸ਼ਨ ਦੇ ਵਿੱਚ। ਅਸੀਂ ਜਿਹੜੇ ਹੈ ਨੰਬਰ 1 ਆਏ ਸੀਗੇ ਇੰਡੀਆ ਦੇ ਵਿੱਚ, ਕਿਉਂਕਿ ਅਸੀਂ ਪਿੱਛੇ LED ਲਾਈਟਸ ਲਗਾਈਆਂ, ਬਿਜਲੀ ਦਾ ਬਹੁਤ ਸਾਰਾ ਅਸੀਂ ਜਿਹੜਾ ਬਚਾਇਆ ਵੀ ਹੈ, ਤੇ ਉਹ ਸਾਨੂੰ ਐਨਰਜੀ ਕੰਜ਼ਰਵੇਸ਼ਨ ਦੇ ਵਿੱਚ ਜਿਹੜਾ ਨੰਬਰ 1 ਪ੍ਰਾਈਜ਼ ਮਿਲਿਆ। ਦੈਨ ਬੈਸਟ ਸਮਾਰਟ ਸਿਟੀ ਦਾ ਜਿਹੜਾ ਪਿਛਲੇ ਮਹੀਨੇ ਸਾਨੂੰ ਹੁਣ ਅਵਾਰਡ ਮਿਲਿਆ ਹੈ, ਬੈਸਟ ਸਮਾਰਟ ਸਿਟੀ ਪੂਰੇ ਇੰਡੀਆ ਦੇ ਵਿੱਚ, ਜਿਹੜੀ UT ਦੇ ਵਿੱਚ ਸਭ ਤੋਂ ਵਧੀਆ ਸਮਾਰਟ ਸਿਟੀ ਦੇ ਵਿੱਚ ਜਿਹੜੇ ਕੰਮ ਹੋਏ ਨੇ ਉਹ ਚੰਡੀਗੜ੍ਹ ਦੇ ਵਿੱਚ। ਉਸ ਤੋਂ ਬਾਅਦ ਹੈਰੀਟੇਜ ਪ੍ਰਾਪਰਟੀ ਦੀ ਜਿਹੜਾ ਮੇਨਟੇਨੈਂਸ ਦਾ ਹੈਗਾ, ਉਹਦੇ ਵਿੱਚ ਵੀ ਸਾਨੂੰ ਜਿਹੜਾ ਇੰਡੀਆ ਦੇ ਵਿੱਚ ਪੂਰਾ ਨੰਬਰ 1 ਅਵਾਰਡ ਮਿਲਿਆ। ਤੇ ਇਸ ਤੋਂ ਇਲਾਵਾ ਇਕਨੋਮਿਕਲ ਸਸਟੇਨੇਬਿਲਿਟੀ ਦੇ ਵਿੱਚ ਵੀ ਸਾਨੂੰ ਜਿਹੜਾ ਹੈ ਨੰਬਰ 1 ਅਵਾਰਡ ਮਿਲਿਆ, ਕਿ ਅੱਜ ਚੰਡੀਗੜ੍ਹ ਜਿਹੜਾ ਸਾਨੂੰ ਇਹ 4 ਅਵਾਰਡ ਮਿਲੇ ਨੇ, ਤੇ ਬਹੁਤ ਹੀ ਸਾਡੇ ਲਈ ਖੁਸ਼ੀ ਦੀ ਗੱਲ ਹੈ, ਔਰ ਸ਼ਹਿਰ ਵਾਸੀਆਂ ਦੀ, ਕਿਉਂਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਮੈਨੂੰ ਲੱਗਦਾ ਆਪਾਂ ਕੋਈ ਵੀ ਜਿਹੜੀ ਮੰਜ਼ਿਲ ਹੈ ਉਹਨੂੰ ਅਚੀਵ ਨਹੀਂ ਕਰ ਸਕਦੇ। ਇਹ ਗੱਲ ਪ੍ਰਾਪਤੀਆਂ ਦੀ ਹੋਈ। ਜੇ ਆਪਾਂ ਗੱਲ ਕਰੀਏ ਕਿ ਤੁਹਾਡੀ ਟੈਨਿਓਰ ਦੇ ਵਿੱਚ ਜਿਹੜਾ ਡੰਪਿੰਗ ਗਰਾਊਂਡ ਦਾ ਮਸਲਾ ਬਹੁਤ ਹਾਈਲਾਈਟ ਰਿਹਾ, ਇਹਦੀ ਮੁਸ਼ਕਿਲ, ਇਹਦਾ ਸਟੇਟਸ ਕੀ ਹੈ ਹੁਣ? ਦੇਖੋ, ਅਸੀਂ ਵਾਅਦਾ ਵੀ ਕੀਤਾ ਸੀ, ਔਰ ਸਾਡੀ MP ਮੈਡਮ ਨੇ ਵੀ ਵਾਅਦਾ ਕੀਤਾ ਸੀ ਕਿ ਆਪਾਂ ਇਹਦਾ ਬਿਲਕੁਲ ਸਮਾਧਾਨ ਕੱਢਾਂਗੇ, ਔਰ ਵਨਸ ਫਾਰ ਆਲ ਜਿਹੜਾ ਸੋਲਿਊਸ਼ਨ ਅਸੀਂ ਇਹਦਾ ਦੇਵਾਂਗੇ। ਉਹਦੇ ਤੇ ਅਸੀਂ ਬਿਲਕੁਲ ਇਸ ਲਈ ਆਖਰੀ ਚਰਨ ਦੇ ਵਿੱਚ ਹੈਗੇ ਹਾਂ। ਤੁਸੀਂ ਦੇਖਿਆ ਕਿ ਡੰਪਿੰਗ ਗਰਾਊਂਡ ਦਾ ਲੈਗੇਸੀ ਮਾਈਨਿੰਗ ਦੇ ਮਾਧਿਅਮ ਦੇ ਨਾਲ ਜਿਹੜਾ ਪੁਰਾਣਾ ਪਹਾੜ ਸੀਗਾ ਉਹ ਸਾਰਾ ਲਗਭਗ ਦਸੰਬਰ ਤੱਕ ਜਿਹੜਾ ਸਾਰਾ ਸਮਤਲ ਹੋ ਜਾਏਗਾ। 5 ਲੱਖ ਟਨ ਜਿਹੜਾ ਉੱਥੇ ਕੂੜਾ ਸੀਗਾ ਉਹਨੂੰ ਪੂਰਾ ਲੈਗੇਸੀ ਮਾਈਨਿੰਗ ਦੇ ਮਾਧਿਅਮ ਦੇ ਨਾਲ ਪ੍ਰੋਸੈਸ ਕਰਕੇ ਉਹ ਟੋਟਲ ਸਮਤਲ ਹੋ ਜਾਏਗਾ। ਜਿਹੜਾ ਪਲਾਂਟ ਦਾ ਇਸ਼ੂ ਹੈਗਾ, ਪਲਾਂਟ ਦੇ ਵਿੱਚ ਸਾਡਾ ਜਿਹੜਾ ਵੈਟ ਵੇਸਟ ਹੈ ਜਾਂ ਡਰਾਈ ਵੇਸਟ ਹੈ ਉਹਨੂੰ ਕਰਨ ਲਈ ਅਸੀਂ ਪਿਛਲੀ ਹਾਊਸ ਦੀ ਮੀਟਿੰਗ ਦੇ ਵਿੱਚ ਟੈਕਨੋਲੋਜੀ ਸ਼ਹਿਰ ਦੇ ਵਿੱਚ ਕਿਹੜੀ ਲੈ ਕੇ ਆਣੀ ਹੈ, ਉਹਦੇ ਨਾਲ ਟੈਕਨੀਕਲ ਐਕਸਪਰਟਸ ਦੀ ਇੱਕ ਕਮੇਟੀ ਸੀਗੀ, ਉਹਨਾਂ ਦੀ ਰਾਏ ਲੈ ਕੇ ਹਾਊਸ ਦੇ ਵਿੱਚ ਪਾਸ ਕਰਤਾ ਕਿ ਵੇਸਟ ਟੂ ਐਨਰਜੀ ਜਿਹੜੀ ਹੈ ਚੰਡੀਗੜ੍ਹ, ਉਹਨਾਂ ਨੇ ਕਿਹਾ ਕਿ ਇਹੀ ਪਲਾਂਟ ਜਿਹੜਾ ਇੱਥੇ ਸਸਟੇਨ ਕਰ ਸਕਦਾ ਹੈ, ਤੇ ਵੇਸਟ ਟੂ ਐਨਰਜੀ ਦਾ ਪਲਾਂਟ ਲਗਾਉਣ ਜਾ ਰਹੇ ਹਾਂ। ਔਰ ਅਗਲੇ ਮਹੀਨੇ ਤੱਕ ਆਪਾਂ ਇਸ ਦਾ ਟੈਂਡਰ ਡਾਕੂਮੈਂਟ ਤਿਆਰ ਕਰਕੇ, ਔਰ ਸਤੰਬਰ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਅਲਾਟ ਕਰਕੇ ਅਸੀਂ ਪਲਾਂਟ ਦੀ ਅਪਗ੍ਰੇਡੇਸ਼ਨ ਦਾ ਜਿਹੜਾ ਕੰਮ ਸ਼ੁਰੂ ਹੋ ਜਾਏਗਾ, ਔਰ ਚੁਣਾਵਾਂ ਤੱਕ ਚੰਡੀਗੜ੍ਹ ਦੇ ਲੋਕਾਂ ਨੂੰ ਖੁਦ ਲੱਗੇਗਾ ਕਿ ਵਾਕਈ ਇਹਦਾ ਜਿਹੜਾ ਕੂੜੇ ਦਾ ਨਿਸਤਾਰਾ ਹੋਇਆ। ਦੂਜੀ ਚੀਜ਼, ਡੱਡੂ ਮਾਜਰਾ ਰੈਜ਼ੀਡੈਂਸ ਦੇ ਏਰੀਏ ਦੇ ਵਿੱਚ ਜਿਹੜੀ ਵਾਲ ਸੀਗੀ, ਤੁਸੀਂ ਦੇਖਿਆ ਥੋੜੀ ਬਾਰਿਸ਼ ਹੋਈ ਇਸ ਵਾਰ, ਉਹ ਟੁੱਟ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਪਾਣੀ, ਮਗਰ ਅਸੀਂ ਉਹ ਪਾਸ ਕਰਕੇ 20 ਫੁੱਟ ਉੱਚੀ ਦੀਵਾਰ ਜਿਹੜੀ ਹੈ ਉਹਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਹ 20 ਫੁੱਟ ਉੱਚੀ ਦੀਵਾਰ ਅਸੀਂ ਰੈਜ਼ੀਡੈਂਟ ਦੀ ਤਰਫ ਤੇ ਕਰ ਰਹੇ ਹਾਂ, ਤਾਂ ਕਿ ਕੂੜਾ ਪਹਿਲੀ ਗੱਲ ਤਾਂ ਰੈਜ਼ੀਡੈਂਟ ਦੀ ਸਾਈਡ ਤੋਂ ਦਿਖੇਗਾ ਨਹੀਂ, ਦੂਸਰੀ ਚੀਜ਼ ਮੱਖੀ ਮੱਛਰ ਵੀ ਇੰਨੀ ਉਚਾਈ ਤੋਂ ਜਿਹੜਾ ਹੈ ਗੰਦਗੀ ਜਿਹੜੀ ਆ ਉਹ ਬਦਬੂ ਜਿਹੜੀ ਆ ਬਹੁਤ ਘੱਟ ਹੋਏਗੀ, ਤੇ ਉਹਨਾਂ ਨੂੰ ਲੋਕਾਂ ਨੂੰ ਜਿਹੜੀ ਹੈ ਉੱਥੇ ਦਿਆਂ ਨੂੰ ਰਾਹਤ ਮਿਲੇਗੀ। ਸਟਰੀਟ ਵੈਂਡਰ ਦਾ ਇੱਕ ਮਸਲਾ ਬੜਾ ਚੱਲਿਆ ਕਿ ਉਹ ਪਹਿਲਾਂ ਜਿੰਨੇ ਜਦੋਂ ਪਹਿਲਾ ਸਰਵੇਖਣ ਹੋਇਆ ਉਦੋਂ ਸ਼ਾਇਦ ਸੂਦ ਸਾਹਿਬ ਸੀਗੇ ਜੀ, ਉਹ ਸਰਵੇਖਣ ਦੇ ਵਿੱਚ 20,000 ਤੋਂ ਜ਼ਿਆਦਾ ਸੀਗੇ, ਫਿਰ ਉਹ ਤੋਂ ਬਾਅਦ ਘਟੇ, ਹੁਣ ਉਹ ਤੋਂ ਬਾਅਦ ਘਟ ਗਏ। ਪਰ ਪ੍ਰੋਬਲਮ ਇਹ ਆ ਰਹੀ ਹੈ ਜਿੱਥੇ ਜਿੱਥੇ ਉਹਦੀ ਮਾਰਕਿੰਗ ਕੀਤੀ ਗਈ ਹੈ ਉੱਥੇ ਉਹ ਬੈਠਣ ਨੂੰ ਤਿਆਰ ਨਹੀਂ। ਕਮੇਟੀ ਦੀਆਂ ਮੀਟਿੰਗਾਂ ਵੀ ਹੋ ਰਹੀਆਂ, ਉਹ ਇਸ ਟਾਈਮ ਕੀ ਸਥਿਤੀ ਹੈ ਉਹਦੀ? ਦੇਖੋ, ਵੈਂਡਰ ਦਾ ਬਹੁਤ ਵੱਡਾ ਇਸ਼ੂ ਸੀਗਾ, ਔਰ ਇੰਡੀਆ ਦੇ ਵਿੱਚ ਪਹਿਲਾ ਚੰਡੀਗੜ੍ਹ ਨੇ ਸਟੈਪ ਲਿੱਤਾ ਕਿ ਵੈਂਡਰ ਐਕਟ ਨੂੰ ਇੰਪਲੀਮੈਂਟ ਕਰਨਾ। ਉਸ ਦੇ ਵਿੱਚ ਇੱਕ ਤਾਂ ਸਰਵੇ ਜਿਹੜਾ ਜਿੱਦਾਂ ਤੁਸੀਂ ਕਹਿ ਰਹੇ 2016 ਦੇ ਵਿੱਚ ਸਰਵੇ ਹੋਇਆ ਸੀਗਾ, ਸਰਵੇ ਤੋਂ ਬਾਅਦ ਲਗਭਗ ਸਾਡੇ ਕੋਲ 22,000-23,000 ਦੇ ਕਰੀਬ ਜਿਹੜੇ ਵੈਂਡਰ ਰਜਿਸਟਰਡ ਹੋਏ ਸੀ। ਦੈਨ ਅਸੀਂ ਪਹਿਲਾ ਜਿਹੜਾ ਚਰਨ ਸੀ ਉਹ ਲਿਆ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਦਾ ਆਧਾਰ ਕਾਰਡ ਚੰਡੀਗੜ੍ਹ ਦੇ ਵਿੱਚ ਹੈ, ਉਹਨਾਂ ਵੈਂਡਰ ਨੂੰ ਅਸੀਂ ਇੱਥੇ ਪਹਿਲੇ ਉਹਨਾਂ ਨੂੰ ਰੁਜ਼ਗਾਰ ਦੇਈਏ, ਉਹਨਾਂ ਨੂੰ ਬੈਠਣ ਦੀ ਜਗ੍ਹਾ ਦੇਈਏ, ਦੈਨ ਅਸੀਂ ਅਗਲਾ ਸਟੈਪ ਕਰਾਂਗੇ। ਤੇ ਉਹਨਾਂ ਨੂੰ ਅਸੀਂ ਦਿੱਤੀ ਹੈ, ਉਹਦੇ ਵਿੱਚ ਲਗਭਗ 9300 ਦੇ ਕਰੀਬ ਜਿਹੜੇ ਵੈਂਡਰ ਸੀਗੇ ਉਹ ਆਏ। ਉਹਨਾਂ ਨੂੰ ਅਲੱਗ-ਅਲੱਗ ਏਰੀਆ ਜਿੱਥੇ ਚੀਫ ਆਰਕੀਟੈਕਚਰ UT ਨੇ ਜਿਹੜੀਆਂ ਸਾਈਟਾਂ ਸਾਨੂੰ ਅਲਾਟ ਕੀਤੀਆਂ, ਉਹਨਾਂ ਸਾਈਟਾਂ ਦੇ ਉੱਤੇ ਅਸੀਂ ਉਹਨਾਂ ਨੂੰ ਡਰਾ ਆਫ ਲੋਟਸ ਦੇ ਨਾਲ
ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਵੈਂਡਰ ਦੇ ਸਾਹਮਣੇ ਵੈਂਡਰ ਹੀ ਉਹਦੀ ਪਰਚੀ ਕੱਢਦੇ ਸੀਗੇ। ਡਰਾਅ ਆਫ ਲੋਟਸ ਦੇ ਨਾਲ ਉਹਨਾਂ ਨੂੰ ਅਸੀਂ ਜਿਹੜੀਆਂ ਸਾਈਟਾਂ ਅਲਾਟ ਕੀਤੀਆਂ, ਮਗਰ ਕੁਝ ਇੱਕ ਸਾਈਟਾਂ ਐਸੀਆਂ ਬਣੀਆਂ ਹੈ। ਮੇਅਰ ਸਾਹਿਬ ਇੱਕ ਮੁਸ਼ਕਲ ਚੱਲ ਰਹੀ ਹੈ, ਜਿਹੜੀਆਂ ਸਾਈਟਾਂ ਅਲਾਟ ਕੀਤੀਆਂ ਗਈਆਂ ਉਹ ਜਿਹੜੇ ਵੈਂਡਰ ਦੀ ਸ਼ਿਕਾਇਤ ਹੈ ਉਹ ਕਮੇਟੀ 'ਚ ਵੀ ਰੱਖਦੇ ਨੇ ਕਿ ਉੱਥੇ ਉਹ ਉਹਨਾਂ ਦਾ ਕੰਮ ਨਹੀਂ ਚੱਲ ਮੈਂ ਉਹੀ ਦੱਸਣ ਜਾ ਰਿਹਾ ਕਿ ਵੈਂਡਰ ਨੂੰ ਜਿਹੜੀਆਂ ਸਾਈਟਾਂ ਮਿਲੀਆਂ, ਜਿੱਦਾਂ 52 ਸੈਕਟਰ ਕਜੇੜੀ ਦੇ ਕੋਲ ਇੱਕ ਸਾਈਟ ਬਣਾਤੀ, ਹੈਂਡੀਕ੍ਰਾਫਟ ਵਾਲੇ ਕੁਝ ਲੋਕ ਸੀਗੇ 17 ਸੈਕਟਰ 'ਚ ਬੈਠੇ ਸੀਗੇ, ਗੁਜਰਾਤ ਦੇ ਕੁਝ ਹੋਰ ਸਟੇਟ ਰਾਜਸਥਾਨ ਦੇ, ਉਹ ਹੈਂਡੀਕ੍ਰਾਫਟ ਦਾ ਸਮਾਨ ਵੇਚਦੇ ਸੀ। ਹੁਣ ਸਾਈਟ ਉਹਨਾਂ ਨੂੰ ਡਰਾਅ ਦੇ ਵਿੱਚ ਉੱਥੇ ਨਿਕਲ ਗਈ, ਮਗਰ ਉੱਥੇ ਕਜੇੜੀ ਦੇ ਕੋਲ ਜੰਗਲ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਉੱਥੇ ਉਹਨਾਂ ਤੋਂ ਹੈਂਡੀਕ੍ਰਾਫਟ ਦੀਆਂ ਜਿਹੜੀਆਂ ਚੀਜ਼ਾਂ ਖਰੀਦਣ ਨਹੀਂ ਜਾਊਗਾ, ਕਿਉਂਕਿ ਸਤਨਾ ਇੱਕ ਟੂਰਿਸਟ ਪਲੇਸ ਵੀ ਹੈ, ਲੋਕੀ ਆਉਂਦੇ ਨੇ, ਬਾਹਰੋਂ ਵੀ ਆਉਂਦੇ ਨੇ ਤੇ ਖਰੀਦਦੇ ਨੇ। ਉਹ ਮੁਸ਼ਕਿਲਾਂ ਜਿਹੜੀਆਂ ਵੈਂਡਰ ਨੂੰ ਹੈਗੀਆਂ, ਉਹਦੇ ਲਈ ਵੀ ਆਪਾਂ ਇੱਕ ਹਾਊਸ ਦੇ ਵਿੱਚ ਮਤਾ ਪਾਸ ਕੀਤਾ ਸੀ ਕਿ ਚੀਫ ਆਰਕੀਟੈਕਚਰ ਨੂੰ ਭੇਜਿਆ ਕਿ ਜਿਸ ਮਾਰਕੀਟ ਦੇ ਵਿੱਚ ਬੈਠੇ ਸੀ ਜਾਂ ਜਿਸ ਮਾਰਕੀਟ ਦੇ ਕੋਲ ਜਿੱਥੇ ਵੈਂਡਰ ਬੈਠੇ ਸੀ, ਐਕਟ ਕਹਿੰਦਾ ਹੈ ਕਿ ਤੁਸੀਂ ਘੱਟ ਤੋਂ ਘੱਟ ਦੂਰੀ ਤੇ ਇਹਨਾਂ ਨੂੰ ਭੇਜਣਾ। ਮਿਨੀਮਮ ਡਿਸਪਲੇਸਮੈਂਟ ਜਿਹੜੀ ਹੈ, ਤੁਸੀਂ ਇਹ ਨਹੀਂ ਕਿ 17 ਸੈਕਟਰ ਤੋਂ ਚੱਕ ਕੇ 56 'ਚ ਭੇਜ ਦਿਓ, ਇਹ ਐਕਟ ਤੁਹਾਨੂੰ ਅਲਾਓ ਨਹੀਂ ਕਰਦਾ। ਮਗਰ ਐਕਟ ਦੇ ਪ੍ਰਾਵਧਾਨ ਦੇ ਵਿੱਚ ਤੁਸੀਂ ਉਹਨਾਂ ਨੂੰ ਨੇੜੇ ਕਿਤੇ ਜਗ੍ਹਾ ਜਿੱਥੇ ਮਾਰਕੀਟ ਨੂੰ ਵੀ ਡਿਸਟਰਬੈਂਸ ਨਾ ਹੋਵੇ ਔਰ ਵੈਂਡਰ ਵੀ ਆਪਣੀ ਰੋਜੀ ਰੋਟੀ ਕਮਾ ਸਕੇ, ਜਿੱਥੇ ਕੋਈ ਫੁੱਟਫਾਲ ਹੋਵੇ, ਕੋਈ ਲੋਕ ਆਉਂਦੇ ਹੋਣ, ਉਸ ਜਗ੍ਹਾ ਤੇ ਉਹਨਾਂ ਨੂੰ ਬਿਠਾਉਣਾ ਸੀਗਾ। ਉਹ ਅਸੀਂ ਹੁਣ ਚੀਫ ਆਰਕੀਟੈਕਚਰ ਨੂੰ ਲਿਖ ਕੇ ਦੇ ਦਿੱਤਾ ਹੈ। ਮੈਨੂੰ ਲੱਗਦਾ ਇਸੀ ਮਹੀਨੇ ਦੇ ਵਿੱਚ ਸ਼ਾਇਦ ਉਹਦਾ ਆਪਾਂ ਫੈਸਲਾ ਕਰ ਦਾਂਗੇ। ਔਰ ਟਾਊਨ ਵੈਂਡਿੰਗ ਕਮੇਟੀ ਜਿਹੜੀ ਹੈ, ਉਹਦਾ ਟੈਨਿਓਰ 5 ਸਾਲ ਦਾ ਪੂਰਾ ਹੋ ਗਿਆ, ਉਹਦਾ ਗਠਨ ਵੀ ਇਸੀ ਮਹੀਨੇ ਹੋ ਰਿਹਾ ਔਰ ਬਹੁਤ ਜਲਦ ਅਸੀਂ ਇੱਕ ਅੱਧੇ ਮਹੀਨੇ ਦੇ ਵਿੱਚ ਵੀ ਇਹ ਵੈਂਡਰ ਵਾਲਾ ਮਸਲਾ ਵੀ ਜਿਹੜਾ ਇਸ ਰਿਜ਼ੋਲਵ ਕਰ ਦਾਂਗੇ। ਇੱਕੋ ਹੀ ਮਸਲਾ ਸਾਡਾ ਜਿਹੜਾ ਮੇਨ ਬਚਿਆ ਹੈ ਵੈਂਡਰਸ ਵਾਲਾ, ਉਹ ਵੀ ਆਪਾਂ ਰਿਜ਼ੋਲਵ ਕਰ ਦਾਂਗੇ। ਨਹੀਂ, ਮਸਲਾ ਇੱਕ ਹੋਰ ਵੀ ਹੈ। ਆਪਾਂ ਬਜਟ ਦੀ ਗੱਲ ਕੀਤੀ, ਬਜਟ ਦੇ ਵਿੱਚ ਇਹ ਸੀ ਕਿ ਕਿਸੇ ਟਾਈਮ ਕਮਿਸ਼ਨਰ ਸਾਹਿਬ ਨੇ ਔਨ ਰਿਕਾਰਡ ਹਾਊਸ ਦੀ ਮੀਟਿੰਗ 'ਚ ਕਹਿਤਾ ਸੀ ਕਿ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈ। ਹੁਣ ਕਿਹੜੇ ਡਿਪਾਰਟਮੈਂਟ ਆਪਾਂ ਐਡਮਿਨਿਸਟ੍ਰੇਸ਼ਨ ਤੋਂ ਮੰਗਦੇ ਸੀ ਕਿ ਕਾਰਪੋਰੇਸ਼ਨ ਦਿੱਤੇ ਜਾਣ, ਕੋਈ ਐਤਕੀ ਹੋਈ ਉਸ ਹੱਲ? ਬਿਲਕੁਲ ਜੀ, ਬਿਲਕੁਲ। ਜਦੋਂ ਮੈਂ ਪਹਿਲੀ ਮੀਟਿੰਗ 'ਚ ਹੀ ਗਿਆ ਸੀ, ਉਸ ਵੇਲੇ ਮੈਂ ਆਪਣਾ ਮੁੱਦਾ ਰੱਖਿਆ ਸੀ ਐਡਵਾਈਜ਼ਰ ਸਾਹਿਬ ਨੂੰ ਕਿ ਸਾਨੂੰ ਜਿਹੜਾ RLA ਹੈ, ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ ਦੇ ਜਿਹੜੇ ਫੰਡਸ ਹੈ, ਉਹ ਕਾਰਪੋਰੇਸ਼ਨ ਦਾ ਰਾਈਟ ਹੈ, ਸਾਨੂੰ ਦਿੱਤੇ ਜਾਣ, ਸਾਨੂੰ ਮਿਲਣੇ ਚਾਹੀਦੇ। ਤੇ ਉਹਨਾਂ ਨੇ ਇਮੀਡੀਏਟ ਪ੍ਰਿੰਸੀਪਲੀ ਐਗਰੀ ਕੀਤਾ। ਦੈਨ ਉਸ ਤੋਂ ਬਾਅਦ ਸਾਡੀ ਓਫੀਸ਼ੀਅਲ ਮੀਟਿੰਗ ਹੋਈ, ਫਾਈਨਾਂਸ ਸੈਕਟਰੀ, ਹੋਮ ਸੈਕਟਰੀ, ਐਡਵਾਈਜ਼ਰ ਸਾਹਿਬ, ਕਮਿਸ਼ਨਰ ਸਾਹਿਬ ਔਰ ਮੇਰੀ। ਤੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਬਿਲਕੁਲ ਲਿਖਿਤ ਦੇ ਵਿੱਚ ਜਿਹੜਾ ਉਹ ਲਿਖ ਕੇ ਸੈਂਟਰ ਨੂੰ, ਗਵਰਨਮੈਂਟ ਨੂੰ, MHA ਨੂੰ ਭੇਜਿਆ ਹੈ ਗਵਰਨਰ ਸਾਹਿਬ ਦੀ ਸਹਿਮਤੀ ਦੇ ਨਾਲ, ਤੇ ਉਹ ਗਿਆ ਹੋਇਆ। ਉਸ ਤੋਂ ਬਾਅਦ ਰਿਮਾਈਂਡਰ ਵੀ ਅਸਾਂ ਦੁਬਾਰਾ ਉਹਨਾਂ ਨੂੰ ਭੇਜ ਦਿੱਤਾ ਕਿ ਉਹ ਜਿਹੜਾ RLA ਦਾ ਪੈਸਾ ਹੈ ਲਗਭਗ 300 ਕਰੋੜ ਦੇ ਕਰੀਬ ਹੈਗਾ, ਉਹ ਸਾਨੂੰ ਮਿਲੇ। ਉਹ ਅਗਰ ਸਾਨੂੰ ਮਿਲੇਗਾ ਦੈਨ ਮੈਨੂੰ ਲੱਗਦਾ ਕਾਰਪੋਰੇਸ਼ਨ ਦੇ ਵਿੱਚ ਫੰਡ ਦੀ ਹੋਰ ਵੀ ਜਿਹੜੇ ਅਸੀਂ ਸ਼ਹਿਰ ਦੇ ਵਿਕਾਸ ਦੇ ਜਿਹੜੇ ਕੰਮ ਹੋਰ ਵੀ ਬਹੁਤ ਕਰ ਸਕਦੇ ਹਾਂ। ਜਿਹੜੀ ਆਪਾਂ ਗੱਲ ਕਰੀਏ ਕੋਵਿਡ ਮਹਾਮਾਰੀ ਹਜੇ ਵੀ ਚੱਲ ਰਹੀ ਹੈ, ਤੀਸਰਾ ਵਾਇਰੈਂਟ ਆਉਣ ਦੀ ਵੀ ਚੇਤਾਵਨੀ ਦੇ ਦਿੱਤੀ ਗਈ ਹੈ। ਕਾਰਪੋਰੇਸ਼ਨ ਦੀ ਕੀ ਭੂਮਿਕਾ ਰਹੀ ਇਹਦੇ ਵਿੱਚ? ਦੇਖੋ, ਜਦੋਂ ਕੋਵਿਡ ਆਇਆ, ਤੁਹਾਨੂੰ ਪਤਾ ਹੈ ਉਸ ਵੇਲੇ ਮਤਲਬ ਸਾਡੇ ਕੋਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਐਸਾ ਇਲਾਜ ਜਾਂ ਕੋਈ ਕੁਝ ਚੀਜ਼ ਨਹੀਂ ਸੀਗੇ ਜੀ। ਜਦੋਂ ਆਇਆ ਪੂਰਾ ਲੋਕਡਾਊਨ ਲੱਗ ਗਿਆ, ਪੂਰਾ ਕਰਫਿਊ ਲੱਗ ਗਿਆ ਸ਼ਹਿਰ ਦੇ ਵਿੱਚ। ਔਰ ਸਭ ਤੋਂ ਵੱਡਾ ਮੈਂ ਪਹਿਲਾਂ ਕਹਿੰਦਾ ਕਿ ਦੇਸ਼ ਦੀ ਸਰਕਾਰ ਨੇ ਜਿਸ ਤਰ੍ਹਾਂ ਇਹਨੂੰ ਕਾਬੂ ਪਾਉਣ ਦੇ ਲਈ ਨਿਰਣੇ ਲਿੱਤੇ, ਔਰ ਦੂਜਾ ਧੰਨਵਾਦ ਮੈਂ ਦੇਸ਼ ਦੀ ਜਨਤਾ ਦਾ, ਸ਼ਹਿਰ ਦੀ ਜਨਤਾ ਦਾ ਕਰਦਾ ਕਿ ਉਹਨਾਂ ਨੇ ਉਹਨੂੰ ਨਿਭਾਉਣ ਦੇ ਲਈ ਜਿਹੜੀਆਂ ਉਹਨਾਂ ਨੇ ਰਿਸਟ੍ਰਿਕਸ਼ਨ ਲਗਾਈਆਂ ਸੀ, ਉਹਨਾਂ ਨੂੰ ਨਿਭਾਉਣ ਦੇ ਲਈ ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੇ ਸਾਥ ਦਿੱਤਾ, ਮੈਂ ਬਹੁਤ ਧੰਨਵਾਦੀ ਹਾਂ। ਔਰ ਚੰਡੀਗੜ੍ਹ ਸ਼ਹਿਰ, ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਵਕਤਵਯ 'ਚ ਕਿਹਾ ਸੀਗਾ ਕਿ ਚੰਡੀਗੜ੍ਹ ਦੇਸ਼ ਦੇ ਵਿੱਚ ਬਹੁਤ ਵਧੀਆ ਕਰ ਰਿਹਾ। ਪਿਛਲੀ ਵਾਰ ਵੀ ਕਿਹਾ ਸੀ ਔਰ ਇਸ ਵਾਰ ਵੀ ਆਪਣੇ ਵਕਤਵਯ 'ਚ ਕਿਹਾ, ਚੰਡੀਗੜ੍ਹ ਨੇ ਬਹੁਤ ਅੱਛਾ ਕੀਤਾ। ਔਰ ਉਸ ਸਮੇਂ ਤੁਸੀਂ ਦੇਖੋ ਸਾਡੇ ਆਫੀਸਰ ਜਿਹੜੇ IAS ਨੇ, ਇਹਨਾਂ ਨੇ ਕਦੀ ਲਾਈਫ 'ਚ ਨਹੀਂ ਸੋਚਿਆ ਹੋਗਾ ਜਾਂ ਬਾਕੀ ਆਫੀਸਰ ਨੇ ਨਹੀਂ ਸੋਚਿਆ ਹੋਏਗਾ ਕਿ ਸਾਨੂੰ ਵੀ ਕਿਤੇ ਨਾ ਕਿਤੇ ਜਾ ਕੇ ਮੰਡੀਆਂ ਦੇ ਵਿੱਚ ਸਬਜ਼ੀਆਂ ਦੇ ਬੋਰੇ ਲੋਡ ਕਰਵਾਉਣੇ ਪੈਣਗੇ ਜਾਂ ਬੱਸਾਂ ਦੀ ਮੈਨੇਜਮੈਂਟ ਕਰਨੀ ਪਏਗੀ ਇੱਦਾਂ ਦੇ। ਸੋ ਇਹ ਪੈਂਡੈਮਿਕ ਦੇ ਟਾਈਮ ਦੇ ਵਿੱਚ ਜਿਹੜਾ ਆਫੀਸਰਸ ਨੇ ਔਰ ਕਾਰਪੋਰੇਸ਼ਨ ਨੇ ਕੰਮ ਕੀਤਾ, ਕਿਉਂਕਿ ਸਰਵਿਸ ਦੇ ਸਾਰੇ ਕੰਮ ਜਿਹੜੇ ਹੈ ਉਹ ਕਾਰਪੋਰੇਸ਼ਨ ਕੋਲ ਸੀਗੇ ਔਰ ਲੋਕਾਂ ਨੂੰ ਸਰਵਿਸਿਜ਼ ਚਾਹੀਦੀਆਂ ਸੀ। ਘਰੇ ਅਗਰ ਬੰਦ ਬੈਠੇ ਹੈ ਤਾਂ ਉਹਨਾਂ ਨੂੰ ਖਾਣ ਨੂੰ ਰੋਟੀ ਹੈ ਤੇ ਉੱਥੇ ਆਟਾ ਵੀ ਚਾਹੀਦਾ, ਦਾਲ ਵੀ ਚਾਹੀਦੀ ਹੈ, ਸਬਜ਼ੀਆਂ ਵੀ ਚਾਹੀਦੀਆਂ, ਦੁੱਧ ਵੀ ਚਾਹੀਦਾ। ਉਹ ਹਰ ਚੀਜ਼ ਦਾ ਬੰਦੋਬਸਤ ਜਿਸ ਤਰ੍ਹਾਂ ਚੰਡੀਗੜ੍ਹ 'ਚ ਹੋਇਆ, ਮੈਨੂੰ ਲੱਗਦਾ ਸ਼ਾਇਦ ਦੇਸ਼ ਦੇ ਕਿਸੇ ਸ਼ਹਿਰ 'ਚ ਨਹੀਂ ਹੋਇਆ ਹੁਣ। ਚਲੋ ਹੁਣ ਆਪਾਂ ਗੱਲ ਕਰੀਏ ਸਫਾਈ ਸੇਵਾਵਾਂ, ਡੰਪਿੰਗ ਗਰਾਊਂਡ ਨੂੰ ਛੱਡ ਕੇ ਗੱਲ ਕਰੀਏ। ਉਹ ਹਮੇਸ਼ਾ ਚਰਚਾ 'ਚ ਰਹੀਆਂ, ਕੂੜਾ ਕਿੰਨੀ ਟਨ ਨਿਕਲਦਾ, ਗਾਂ ਪ੍ਰੋਸੈਸਿੰਗ ਨਹੀਂ ਹੁੰਦੀ। ਉਹ JPG ਪਲਾਂਟ ਆਪਣਾ ਬਹੁਤ ਚਿਰ ਤੋਂ ਉਹ ਵਿਵਾਦ ਚੱਲ ਰਿਹਾ, ਕੋਈ ਹੱਲ ਨਹੀਂ ਹੋ ਰਿਹਾ। ਕੂੜੇ ਦੇ ਵਿੱਚ ਇੱਕ ਨਵੇਂ ਪਲਾਂਟਾਂ ਦੀ ਇੱਕ ਆਇਆ ਸੀ ਕਿ ਇੱਕ ਪ੍ਰਾਵਧਾਨ, ਉਹ ਲੱਗ ਰਿਹਾ ਪਲਾਂਟ ਹੁਣ? ਬਿਲਕੁਲ ਜੀ, ਅਸੀਂ ਪਿਛਲੇ ਹਾਊਸ ਦੇ ਵਿੱਚ ਪਾਸ ਕਰ ਦਿੱਤਾ। ਇੱਕ ਤਾਂ ਜਿਹੜਾ ਸਾਡਾ
ਗਿੱਲਾ ਕੂੜਾ ਤੇ ਸੁੱਕਾ ਕੂੜਾ ਜੀ। ਦੋ ਤਰ੍ਹਾਂ ਦਾ ਸਾਡੇ ਕੋਲ ਜਿਹੜਾ ਸੁੱਕੇ ਕੂੜੇ ਦੇ ਲਈ ਸਾਡੇ ਕੋਲ ਸੀਗਾ ਕਿ ਅਸੀਂ ਟੈਕਨੋਲੋਜੀ ਕੀ ਯੂਜ਼ ਕਰਨੀ ਹੈ। ਉਹ ਅਸੀਂ ਫਾਈਨਲ ਕਰਤਾ ਕਿ ਸੁੱਕੇ ਕੂੜੇ ਤੋਂ ਜਿਹੜੀ ਆਪਾਂ ਪ੍ਰੋਸੈਸ ਕਰਕੇ ਉਹ ਤੋਂ ਬਿਜਲੀ ਬਣਾਵਾਂਗੇ। ਗਿੱਲੇ ਕੂੜੇ ਦਾ ਪਲਾਂਟ ਸਾਡੇ ਕੋਲ ਜਿਹੜਾ ਹੈਗਾ ਹੈ ਉਹ ਅੱਜ ਦਿਨ ਤੱਕ ਜਿਹਨੇ ਲਗਾਇਆ ਵੀ ਸੀਗਾ ਉਹ ਵੀ ਗੁੰਮਰਾਹੀ ਕਰਦਾ ਰਿਹਾ ਕਿ 300 ਟਨ ਦੀ ਕੈਪੈਸਿਟੀ ਹੈ। ਅਸੀਂ ਖੁਦ ਰਨ ਕੀਤਾ ਹੈ। ਉਹ ਬੰਦਾ 50-60 ਟਨ ਪ੍ਰੋਸੈਸ ਕਰਦਾ ਸੀ। ਅਸੀਂ ਉਹਨਾਂ ਨੂੰ ਹੁਣ ਜਦ ਤੋਂ ਸਾਡੇ ਕੋਲ ਕਬਜ਼ੇ 'ਚ ਆਇਆ, ਸਾਡੇ ਕਬਜ਼ੇ ਕਾਰਪੋਰੇਸ਼ਨ ਦੇ ਅੰਡਰ ਆਏ ਤੇ ਤਦ ਤੋਂ ਅਸੀਂ ਪ੍ਰੋਸੈਸ ਕਰ ਰਹੇ ਹਾਂ ਮੈਕਸਿਮਮ 70 ਤੋਂ 80 ਟਨ ਜਿਹੜਾ ਅਸੀਂ ਗਿੱਲਾ ਕੂੜਾ ਉਹਦੇ 'ਚ ਪ੍ਰੋਸੈਸ ਕਰ ਪਾ ਰਹੇ ਹਾਂ। ਬਾਕੀ ਜਿਹੜਾ ਹੈਗਾ ਉਹ ਅਸੀਂ ਫਿਲਹਾਲ ਪ੍ਰੋਸੈਸ ਨਹੀਂ ਕਰ ਪਾ ਰਹੇ, ਮਗਰ ਉਸ ਪਲਾਂਟ ਦੀ ਕਪੈਸਿਟੀ ਵਧਾ ਕੇ ਉਹਨੂੰ ਆਪਾਂ 300 ਟਨ ਤੱਕ ਕਪੈਸਿਟੀ ਲਗਾਇਆ। ਜੋ ਵੀ ਮਸ਼ੀਨਰੀ ਚੇਂਜ ਹੋਈ ਹੈ ਉਹ ਮਤਾ ਅਸੀਂ ਪਾਸ ਕਰ ਦਿੱਤਾ ਹਾਊਸ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਉਹਦੀ ਕਪੈਸਿਟੀ ਵਧਾ ਕੇ ਗਿੱਲਾ ਕੂੜਾ ਸਾਰਾ ਸਾਡਾ ਉੱਥੇ ਪ੍ਰੋਸੈਸ ਉਹ ਤਾਂ ਬੜੀ ਜਲਦੀ ਸ਼ੁਰੂ ਹੋ ਜਾਏਗਾ। ਔਰ ਸੁੱਕੇ ਕੂੜੇ ਦਾ ਜਿਹੜਾ ਹੈ ਸਾਡਾ ਪਲਾਂਟ ਲੱਗੇਗਾ ਤੇ 3-4 ਮਹੀਨੇ ਦੇ 5 ਮਹੀਨੇ ਦੇ ਅੰਦਰ ਪਲਾਂਟ ਲੱਗ ਕੇ ਦੈਨ ਮੈਨੂੰ ਲੱਗਦਾ 2022 ਦੇ ਵਿੱਚ ਜਾ ਕੇ ਮਤਲਬ ਜਦੋਂ ਨਵੀਂ ਕਾਰਪੋਰੇਸ਼ਨ ਆਏਗੀ ਇਹ ਪਲਾਂਟ ਜਿਹੜਾ ਵਰਕਿੰਗ ਦੇ ਵਿੱਚ ਆ ਕੇ ਪੂਰੇ ਸ਼ਹਿਰ ਨੂੰ ਆਪਾਂ ਕਚਰਾ ਫ੍ਰੀ ਕਰਾਂਗੇ। ਫਿਰ ਇੱਕ ਚਰਚਾ ਬੜੀ ਰਹੀ ਕਿ ਹੁਣ ਕਮਿਸ਼ਨਰ ਸਾਹਿਬ ਦੇ ਟੈਨਿਓਰ ਦੇ ਵਿੱਚ 3 ਮਹੀਨਿਆਂ ਦੀ ਐਕਸਟੈਂਸ਼ਨ ਹੋ ਗਈ। ਪਾਰਟੀ ਤੇ ਕਮਿਸ਼ਨਰ ਦੇ ਵਿੱਚ ਟਕਰਾਅ ਦੀਆਂ ਤਣਾਅ ਦੀਆਂ ਗੱਲਾਂ ਚਰਚਾ 'ਚ ਆ ਰਹੀਆਂ, ਉਹ ਕੀ ਗੱਲ ਹੈ? ਦੇਖੋ ਇਦਾਂ ਦੀ ਮੇਰੇ ਨੋਟਿਸ ਤਾਂ ਕੋਈ ਇਦਾਂ ਦੀ ਗੱਲ ਨਹੀਂ ਆਈ, ਬਟ ਮੈਂ ਜਦ ਦਾ ਆਇਆ ਜਦ ਦੇ ਕਮਿਸ਼ਨਰ ਸਾਹਿਬ ਸਾਡੇ ਆਏ ਹੈ ਤੇ ਕਾਰਪੋਰੇਸ਼ਨ ਦਾ ਅਸੀਂ ਬਹੁਤ ਵਧੀਆ ਵਿਕਾਸ ਦਾ ਕੰਮ ਕਰ ਰਹੇ ਹਾਂ। ਔਰ ਕਾਰਪੋਰੇਸ਼ਨ ਨੂੰ ਫਾਈਨੈਂਸ਼ਲੀ ਸਟਰੈਂਥਨ ਕਰਨ ਦੇ ਵਿੱਚ ਜਿੰਨਾ ਸਾਡੇ ਕਮਿਸ਼ਨਰ ਸਾਹਿਬ ਦਾ ਯੋਗਦਾਨ ਹੈ, ਉਹਨਾਂ ਦੇ ਸਾਡੇ ਸਾਰੇ ਕਾਉਂਸਲਰ ਨਾਲ ਹਾਊਸ ਦੇ ਨਾਲ ਮਿਲ ਕੇ ਮੇਅਰਸ ਦੇ ਨਾਲ ਬੈਠ ਕੇ ਇੱਕ ਪਾਲਿਸੀ ਬਣਾਈ ਹੈ ਔਰ ਬਿਨਾਂ ਕੋਈ ਟੈਕਸ ਲਗਾਏ ਅੱਜ ਕਾਰਪੋਰੇਸ਼ਨ ਨੂੰ ਸਟਰੈਂਥਨ ਫਾਈਨੈਂਸ਼ਲੀ ਸਟਰੈਂਥਨ ਕੀਤਾ। ਮੈਨੂੰ ਲੱਗਦਾ ਬਹੁਤ ਵਧੀਆ ਕੰਮ ਉਹਨਾਂ ਨੇ ਕੀਤਾ ਔਰ ਸਾਡੇ ਨਾਲ ਵੀ ਬਹੁਤ ਵਧੀਆ ਅੱਛੇ ਜਿੰਨੇ ਮੇਅਰ ਰਹੇ ਹੈ ਟਰਮਸ ਬੜੇ ਅੱਛੇ ਰਹੇ ਹੈ। ਕੋਈ ਇੱਦਾਂ ਦੀ ਗੱਲ ਮੇਰੇ ਨੋਟਿਸ 'ਚ ਇੱਦਾਂ ਦੀ ਕੋਈ ਗੱਲ ਨਹੀਂ ਹੈ। ਇਹ ਅਫਵਾਹਾਂ ਚਲਦੀਆਂ ਰਹਿੰਦੀਆਂ, ਲੋਕ ਕਹਿੰਦੇ ਰਹਿੰਦੇ ਨੇ, ਮਗਰ ਆਪਣੇ ਕੋਲ ਐਸਾ ਨਹੀਂ, ਬੜਾ ਅੱਛਾ ਕੰਮ ਕਰ ਰਹੇ ਨੇ। ਅਸੀਂ ਅੱਜ ਵੀ ਤੁਸੀਂ ਦੇਖੋ ਕਿ ਮੈਂ 7 ਮਹੀਨੇ ਹੋ ਗਏ ਆਪਾਂ ਜਿੰਨੇ ਪੈਂਡਿੰਗ ਕੰਮ ਸੀਗੇ ਸਾਰੇ ਇਹ ਉਹਨਾਂ ਦੇ ਟੈਨਿਓਰ ਦੇ ਵਿੱਚ ਹੀ ਪੂਰੇ ਕੀਤੇ ਆ ਔਰ ਅਗਲੇ ਮਹੀਨੇ ਤੱਕ ਉਹਨਾਂ ਦਾ ਹਲੇ ਟੈਨਿਓਰ ਬਾਕੀ ਹੈ। ਬਾਕੀ ਅਗਸਤ ਜਾਣ ਵਾਲੇ ਜੀ। ਹਾਂਜੀ, ਅੱਛਾ, ਪਿੰਡਾਂ ਦੀ ਗੱਲ ਹੋਈ, ਜਿਹੜੇ 26 ਵਾਰਡ ਸੀਗੇ ਆਪਣੇ, ਹੁਣ 9 ਵਾਰਡ ਪਿੰਡਾਂ ਨੂੰ ਮਿਲਾ ਕੇ ਵੱਧ ਗਏ ਨੇ। ਹੁਣ ਪਿੰਡਾਂ ਨੂੰ ਯਾਨੀ ਕਿ ਆਪਾਂ ਹਰੇਕ ਪਾਰਟੀ ਕਰਦੀ ਹੈ ਜਿਹੜੀ ਪਲਾਨਿੰਗ ਕੀਤੀ ਗਈ ਹੈ ਵਾਰਡਬੰਦੀ ਦੀ, ਉਹਦੇ ਵਿੱਚ ਆ ਗਿਆ ਕਿ ਪਿੰਡਾਂ ਨੂੰ ਇਸ ਹਿਸਾਬ ਨਾਲ ਸੈੱਟ ਕੀਤਾ ਗਿਆ ਕਿ ਸੈਕਟਰ ਜੋੜ ਤੇ ਕਲੋਨੀਆਂ ਨਾਲ ਜੋੜ ਤੇ ਵੱਡਾ ਵੋਟ ਬੈਂਕ ਕਲੋਨੀਆਂ ਦਾ ਹੈ। ਪਿੰਡਾਂ ਦਾ ਇੱਕ ਮਸਲਾ ਆਇਆ ਸੀਗਾ ਕਿ ਉੱਥੋਂ ਸਫਾਈ ਦਾ ਕੰਮ ਬਹੁਤ ਵੀਕ ਹੈ। ਫਿਰ ਉਹਨਾਂ ਦੀ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ, ਪਹਿਲਾਂ ਤਾਂ ਹੁੰਦਾ ਕਿ ਆਬਾਦੀ ਦੀ ਦੇਹ ਵਿੱਚ ਪਾ ਦਿੰਦੇ ਨੇ, ਫਿਰ ਨੋਟੀਫਿਕੇਸ਼ਨ ਹੁੰਦਾ ਠੀਕ ਕਰ ਦਿੰਦੇ ਨੇ। ਇਹ ਕੀ ਮਸਲਾ ਹੈ? ਇਹ ਕਿਤੇ ਨਾ ਕਿਤੇ ਸਰਕਾਰ ਦਾ ਜਾਂ ਐਡਮਿਨਿਸਟ੍ਰੇਸ਼ਨ ਦਾ ਜਾਂ ਕਿਤੇ ਸੱਤਾ ਦਾ ਪ੍ਰਭਾਵ ਹੇਠ ਤਾਂ ਨਹੀਂ ਹੋਇਆ? ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ। ਵੈਸੇ ਪਿੰਡ ਜਦੋਂ ਸਾਡੇ ਕੋਲ ਆਏ 2 ਵਾਰੀ ਹੋਇਆ ਕਿ ਨਹੀਂ ਨੋਟਿਸ? ਸਾਡੇ ਕੋਲ ਜਿਹੜੀ ਹੈ ਸਰ ਨੋਟੀਫਿਕੇਸ਼ਨ 2 ਵਾਰੀ ਹੋਇਆ। ਨੋਟੀਫਿਕੇਸ਼ਨ ਹੋਇਆ ਹੈ ਬਿਲਕੁਲ। ਜਦੋਂ ਸ਼ੁਰੂ 'ਚ ਹੋਇਆ ਪਹਿਲੇ ਸਾਰੇ ਦੇ ਸਾਰਾ ਕਿਹਾ, ਉਸ ਤੋਂ ਬਾਅਦ ਜਿਹੜਾ ਲਾਲ ਡੋਰੇ ਤੋਂ ਬਾਹਰ ਦਾ ਏਰੀਆ ਹੈ ਉਹ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦੇ ਕੋਲ ਹੈ, ਮਗਰ ਲਾਲ ਡੋਰੇ ਦੇ ਅੰਦਰ ਜਿੰਨਾ ਸਾਡੇ ਕੋਲ ਏਰੀਆ ਹੈ ਬਿਲਕੁਲ ਵਿਵਸਥਾ। ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਡੋਰ ਟੂ ਡੋਰ ਕਲੈਕਸ਼ਨ ਦੀਆਂ ਗੱਡੀਆਂ ਜਿਹੜੀਆਂ ਅਸੀਂ ਉਹ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਚਲਾਈਆਂ ਜੀ। ਸ਼ਹਿਰ ਦੇ ਵਿੱਚ ਬਾਅਦ 'ਚ ਚਲੀਆਂ। ਸ਼ਹਿਰ 23 ਦਸੰਬਰ ਤੋਂ ਚਲੀਆਂ ਔਰ ਪਿੰਡਾਂ ਦੇ ਵਿੱਚ ਲਗਭਗ ਸਾਲ ਹੀ ਹੋ ਗਿਆ ਸੀ। ਪਿੰਡਾਂ ਦੇ ਵਿੱਚ ਪਹਿਲੇ ਹੀ ਗੱਡੀਆਂ ਲਗਾਤੀਆਂ ਸੀ ਤੇ ਉੱਥੋਂ ਦੀ ਜਿਹੜੀ ਕਲੈਕਸ਼ਨ ਹੈ ਔਰ ਸਫਾਈ ਵਿਵਸਥਾ ਦੇ ਲਈ ਵੀ ਉੱਥੇ ਜਿਹੜੇ ਬੰਦੇ ਨੇ ਹੋਰ ਅਸੀਂ ਉਹਦੇ 'ਚ ਅਪੁਆਇੰਟ ਕੀਤੇ ਹਨ ਤੇ ਪਿੰਡਾਂ ਦੇ ਵਿੱਚ ਹੁਣ ਅਸੀਂ ਭੇਜੇ ਵੀ ਹੈ ਔਰ ਜਿਹੜੀ ਹੋਰ ਕਮੀ ਹੈ ਉਹਨੂੰ ਵੀ ਪੂਰਾ ਕਰਨ ਜਾ ਰਹੇ ਹਾਂ। ਔਰ ਮੈਂ ਪਹਿਲੇ ਹੀ ਤੁਹਾਨੂੰ ਕਿਹਾ ਕਿ ਪਿੰਡਾਂ ਦਾ ਵਿਕਾਸ ਸ਼ਹਿਰ ਦੇ ਪਿੰਡਾਂ ਦਾ, ਹੁਣ ਉਹ ਪਿੰਡ ਨਹੀਂ ਰਹੇ, ਉਹ ਸ਼ਹਿਰ ਦੇ ਵਿੱਚ ਨੇ ਤੇ ਸ਼ਹਿਰ ਦੀ ਤਰਜ਼ ਤੇ ਹੀ ਉਹਨਾਂ ਦਾ ਵੀ ਵਿਕਾਸ ਹੋਏਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਲਾਲ ਡੋਰੇ ਦੀ ਸਮੱਸਿਆ ਬਾਰੇ ਕੀ ਚੱਲ ਰਿਹਾ? ਲਾਲ ਡੋਰੇ ਦੀ ਸਮੱਸਿਆ ਬਾਰੇ ਬਿਲਕੁਲ MHA ਤੱਕ ਗਵਰਨਰ ਸਾਹਿਬ ਨਾਲ ਵੀ ਗੱਲ ਹੋ ਗਈ ਹੈ, ਐਡਵਾਈਜ਼ਰ ਸਾਹਿਬ ਨਾਲ। ਸਾਡੀ ਪਾਰਟੀ ਬਿਲਕੁਲ ਪੁਰਜ਼ੋਰ ਪ੍ਰਯਾਸ ਕਰ ਰਹੀ ਹੈ ਕਿ ਲਾਲ ਡੋਰਾ ਜਿਹੜਾ ਹੈ ਇਹ ਚੰਡੀਗੜ੍ਹ ਦੇ ਵਿੱਚ ਵਧਣਾ ਚਾਹੀਦਾ। ਵੈਸੇ ਤਾਂ ਚੰਡੀਗੜ੍ਹ ਦੇ ਵਿੱਚ ਲਾਲ ਡੋਰੇ ਦਾ ਜਿਹੜਾ ਐਕਟ ਹੈ ਐਪਲੀਕੇਬਲ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਚੰਡੀਗੜ੍ਹ ਛੋਟਾ ਜਿਹਾ ਸ਼ਹਿਰ ਹੈ ਜਿੱਥੇ ਕੋਈ ਇੱਦਾਂ ਦਾ ਲਾਲ ਡੋਰੇ ਵਾਲਾ ਸਿਸਟਮ ਨਹੀਂ ਹੋਣਾ ਚਾਹੀਦਾ ਔਰ ਉਹਦੇ ਲਈ ਪ੍ਰਯਾਸ ਚੱਲ ਰਹੇ ਹੈ ਔਰ ਹੋਣਾ ਸੈਂਟਰ ਤੋਂ ਹੀ ਹੈ, ਤੁਹਾਨੂੰ ਪਤਾ ਹੀ ਹੈ। ਤੇ ਆਪਣੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਆਪਾਂ ਉਹਨੂੰ ਕਰਵਾਵਾਂਗੇ। ਫਿਰ ਆਪਾਂ ਗੱਲ ਕਰੀਏ ਕਿ ਆਪਾਂ ਸਿਆਸੀ ਸਿਸਟਮ ਦਾ ਇਲੈਕਸ਼ਨ ਆਉਣ ਵਾਲੇ ਨੇ, ਆਪਾਂ ਗੱਲ ਕਰਦੇ ਨੇ। ਇਸ ਟਾਈਮ ਤੁਹਾਡੇ 20 ਕਾਉਂਸਲਰ ਨੇ, ਇੱਕ ਭਾਈਵਾਲ ਤੁਹਾਡਾ ਅਕਾਲੀ ਦਲ ਦਾ ਕਾਉਂਸਲਰ ਹੈ, 4 ਹੈਗੇ ਨੇ ਕਾਂਗਰਸ ਦੇ, 1 ਆਜ਼ਾਦ ਹੈ। ਆਜ਼ਾਦ ਸ਼ਾਇਦ ਤੁਹਾਡੇ ਨਾਲ ਸ਼ਾਮਲ ਹੋ ਗਏ। ਹੁਣ ਅਕਾਲੀ ਦਲ ਤੋਂ ਤੁਸੀਂ ਵੱਖਰੇ ਹੋ ਗਏ, ਕਿਸਾਨ ਅੰਦੋਲਨ ਤੁਹਾਡੇ ਸਾਹਮਣੇ ਆ, ਉਹਦਾ ਵਿਰੋਧ ਹੈ। ਕਿਵੇਂ ਦੇਖਦੇ ਹੋ ਤੁਸੀਂ, ਕਿਵੇਂ ਜਾਓਗੇ ਲੋਕਾਂ 'ਚ ਲੈ ਕੇ? ਦੇਖੋ ਬਿਲਕੁਲ ਆਪਾਂ ਚੰਡੀਗੜ੍ਹ ਦੇ ਵਿਕਾਸ 'ਚ ਜਿਹੜੇ ਕੰਮ ਕੀਤੇ ਆ, ਵਿਕਾਸ ਦੇ ਕੰਮਾਂ ਨੂੰ ਲੈ ਕੇ ਸ਼ਹਿਰ ਦੇ ਵਿੱਚ ਚੰਡੀਗੜ੍ਹ ਦੇ ਪਿੰਡਾਂ ਦੇ ਵਿੱਚ ਜਾਵਾਂਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ 35 ਵਾਰਡ
ਜਿਹੜੇ 26 ਸੀਗੇ 26 ਦੇ ਵਿੱਚੋਂ ਵੀ ਅਸੀਂ ਸਾਡੇ ਕੋਲ 21 ਸੀਗੇ, ਇੱਕ ਸਾਡੇ ਕੋਲੋਂ ਚਲਾ ਗਿਆ ਵਾਪਸ ਉਹਨਾਂ ਦੇ ਕੋਲ, ਵੈਸੇ ਜਿੱਤਿਆ ਸਾਡੀ ਟਿਕਟ ਤੇ ਸੀਗਾ ਉਹ ਵੀ। ਤੇ ਹੁਣ ਵੀ ਪੂਰੀ ਉਮੀਦ 35 ਦੇ 35 ਵਾਰਡਾਂ ਤੇ ਮੈਂ ਬਿਲਕੁਲ ਤੁਹਾਨੂੰ ਕਹਿ ਰਿਹਾ ਵਿਕਾਸ ਦੇ ਨਾਮ ਤੇ ਚੰਡੀਗੜ੍ਹ ਜਿਹੜਾ ਆਪਾਂ ਕੰਮ ਕੀਤਾ ਪਿਛਲੇ 5 ਸਾਲ 'ਚ ਕੰਮ ਕੀਤਾ 35 ਦੇ 35 ਵਾਰਡ ਆਪਾਂ ਬਿਲਕੁਲ ਜਿੱਤ ਕੇ ਆਵਾਂਗੇ। ਚੰਡੀਗੜ੍ਹ ਦੇ ਵਿੱਚ ਕੋਈ ਕਿਸਾਨੀ ਦਾ ਮੁੱਦਾ ਨਹੀਂ ਹੈਗਾ। ਤੁਸੀਂ ਦੇਖ ਲੈਣਾ ਪਿਛਲੇ ਹਫਤੇ ਵੀ ਮੇਰੇ ਤੇ ਜਦੋਂ ਅਟੈਕ ਹੋਇਆ ਤੁਸੀਂ ਦੇਖਿਆ, ਤੁਸੀਂ ਮੈਨੂੰ ਉਹਦੇ 'ਚ ਦੱਸ ਦੇਣਾ ਕਿ ਚੰਡੀਗੜ੍ਹ ਦੇ ਕਿੰਨੇ ਕਿਸਾਨ ਸੀਗੇ। 10 ਬੰਦੇ 10-15 ਬੰਦੇ ਸੀਗੇ ਜਿਹੜੇ ਚੰਡੀਗੜ੍ਹ ਦੇ ਪਿੰਡਾਂ ਦੇ 10-15-20 ਬੰਦੇ ਸੀਗੇ, ਸਾਰੇ ਮੁਹਾਲੀ ਤੋਂ, ਕੋਈ ਪੰਜਾਬ ਤੋਂ, ਕੋਈ ਕਿਤੇ ਤੋਂ, ਦੂਰ ਦੂਰ ਤੋਂ ਲੋਕ ਇੱਥੇ ਆ ਕੇ ਚੰਡੀਗੜ੍ਹ 'ਚ ਇਕੱਠੇ ਹੋਏਗੇ। ਔਰ ਕਿਸਾਨ, ਮੈਂ ਇਹਨਾਂ ਨੂੰ ਕਿਸਾਨ ਨਹੀਂ ਕਹਿੰਦਾ, ਇਹਨਾਂ ਲੋਕਾਂ ਨੂੰ ਕਿਸਾਨ ਕਦੇ ਵੀ ਜਿਹੜਾ ਦੇਸ਼ ਦਾ ਅੰਨਦਾਤਾ ਹੈ ਉਹ ਕਦੇ ਵੀ ਕਿਸੇ ਦੀ ਜਾਨ ਲੈਣ ਦੀ ਜਾਂ ਇੱਦਾਂ ਦੀ ਹਿੰਮਤ ਨਹੀਂ ਕਰਦਾ, ਨਾ ਕਿ ਕੋਈ ਇਸ ਤਰ੍ਹਾਂ ਦਾ ਕੋਈ ਪ੍ਰਯਾਸ ਕਰਦਾ ਹੈ। ਕਿਸਾਨ ਤਾਂ ਦੇਸ਼ ਨੂੰ ਅੰਨ ਦਿੱਤਾ, ਜੀਵਨ ਦਾਨ ਦਿੰਦਾ, ਲੋਕਾਂ ਨੂੰ ਅੰਨ ਪੈਦਾ ਕਰਕੇ ਜੀਵਨ ਦਾਨ ਦਿੰਦਾ। ਇਹ ਕੁਝ ਕਿਸਾਨਾਂ ਦੇ ਭੇਜ ਦੇ ਵਿੱਚ ਕੁਝ ਗੁੰਡੇ ਪੋਲੀਟੀਕਲ ਪਾਰਟੀਆਂ ਨੇ ਜਿਹੜੇ ਆਪਣੇ ਸਪਾਂਸਰ ਕੀਤੇ ਨੇ, ਉਹ ਇਦਾਂ ਦੇ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਪੋਲੀਟੀਕਲ ਜ਼ਮੀਨ ਜਿਹੜੀ ਹੈ ਭਾਜਪਾ ਵਿਕਾਸ ਦੀ ਰਾਜਨੀਤੀ ਕਰਦੀ ਹੈ। ਔਰ ਇਹ ਜਿਹੜੀ ਹੈ ਇਹ ਜਿਹੜੇ ਇੱਦਾਂ ਦੇ ਮੁੱਦੇ ਹੈ ਲੈ ਕੇ ਜਿਨ੍ਹਾਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ। ਹੁਣ ਤੁਸੀਂ ਮੈਨੂੰ ਚੰਡੀਗੜ੍ਹ ਦੇ ਵਿੱਚ ਦੱਸ ਦਿਓ ਕਿਹੜੀ ਕਿਸਾਨੀ ਹੈ, ਕਿੰਨੀ ਖੇਤੀ ਹੁੰਦੀ, ਕਿਹੜਾ ਬੰਦਾ ਕਿੰਨੀ ਫਸਲ ਉਗਾਉਂਦਾ ਹੈ, ਕਿਤੇ ਕੋਈ ਕਿਸਾਨੀ ਨਹੀਂ। ਇੱਥੇ ਤਾਂ ਕਿਸਾਨੀ ਦਾ ਕੋਈ ਮੁੱਦਾ ਹੀ ਨਹੀਂ ਹੈਗਾ ਤੇ ਇਹਨੂੰ ਸਿਰਫ ਪੰਜਾਬ ਦੇ ਵਿੱਚ ਮੁੱਦਾ ਬਣਾਇਆ ਹੋਇਆ ਜ਼ਿਆਦਾਤਰ। ਉਹ ਤੁਸੀਂ ਵੀ ਸਮਝ ਸਕਦੇ ਹੋ ਕਿ ਪੰਜਾਬ ਦੇ ਚੁਣਾਵ ਉਹਦੇ ਵਿੱਚ ਕਾਂਗਰਸ ਦੇ ਬਾਕੀ ਸ਼ਰਾਰਤੀ ਤੱਤ ਬਿਲਕੁਲ ਜੀ। ਔਰ ਮੈਂ ਕਹਿ ਨਹੀਂ ਸਕਦਾ ਕਿ ਇਹ ਕਿਸਾਨ ਸੀਗੇ, ਬਿਲਕੁਲ ਪੋਸ਼ਿਤ ਜਿਹੜੇ ਸੀਗੇ। ਹੁਣ ਵੀ ਜਿੱਥੇ ਤੁਹਾਡਾ ਪ੍ਰੋਗਰਾਮ ਹੁੰਦਾ ਹੈ, ਮੰਨ ਲਓ ਖੁੱਡ ਵਾਲੀ ਸ਼ੇਰ ਦੀ ਗੱਲ ਕਰੀਏ, ਪਿਛਲੇ ਦਿਨੀ ਗੱਲ ਹੋਈ ਹੈ, ਉੱਥੇ ਸਾਰਾ ਪਿੰਡ ਸਿਕਿਉਰਿਟੀ ਲੱਗੀ। ਫਿਰ ਸਿਕਿਉਰਿਟੀ ਨੂੰ ਕਿਉਂ ਜਾਣਾ ਪੈਂਦਾ? ਇੱਕ ਮੈਂ ਹੋਰ ਵੀ ਗੱਲ ਕਰਦਾ, ਪਿੰਡਾਂ 'ਚ ਤੁਸੀਂ ਵਿਰੋਧ ਦੀ ਗੱਲ ਕਰਦੇ ਹੋ, ਪਿੰਡ ਕਜਹੇੜੀ ਦੇ ਵਿੱਚ 200 ਦਿਨ ਤੋਂ ਧਰਨਾ ਲੱਗਿਆ ਹੋਇਆ ਉਹ ਕਰਾ ਕਰਕੇ, ਉਹ ਕੀ ਮਸਲਾ ਹੈ? ਦੇਖੋ ਉਹਦਾ ਸਟੇਟਸ ਕੀ ਹੈ? ਇੱਕ ਰਸਤਾ ਜਿਹੜਾ ਮੇਨ ਸੜਕ ਤੋਂ ਕਜੇੜੀ ਪਿੰਡ ਦੇ ਵਿੱਚ ਜਾਂਦਾ ਹੈ ਜੀ, ਉਹਦੇ ਲਈ ਉਹਨਾਂ ਨੇ ਕਿਹਾ ਸੀ ਕਿ ਇਹ ਸਾਡਾ ਰਸਤਾ, ਉੱਥੇ ਇੱਕ ਗ੍ਰੀਨ ਬੈਲਟ ਦਾ ਏਰੀਆ ਹੈ, ਗ੍ਰੀਨ ਬੈਲਟ ਡਿਵੈਲਪ ਹੋ ਰਹੀ ਸੀ। ਉਹਨਾਂ ਨੇ ਕਿਹਾ ਕਿ ਇਹ ਰਸਤਾ ਸਾਨੂੰ ਛੱਡ ਦਿਓ, ਜਦ ਕਿ ਟ੍ਰੈਫਿਕ ਪੁਲਿਸ ਵੱਲੋਂ ਬਿਲਕੁਲ ਸਖਤ ਮਨਾਹੀ ਹੈ ਕਿ ਉਹ ਬਿਲਕੁਲ ਮੇਨ ਰੋਡ ਨੂੰ ਟੱਚ ਕਰਦਾ ਹੈ, ਉਹ ਅਸੀਂ ਰਸਤਾ ਜਿਹੜਾ ਉਹ ਦੇ ਨਹੀਂ ਸਕਦੇ। ਪੁਰਾਣਾ ਚੱਲਿਆ ਆ ਰਿਹਾ ਸੀ ਰਸਤਾ, ਜਦੋਂ ਤੱਕ ਜ਼ਮੀਨ ਬੰਜਰ ਪਈ ਸੀ ਨਹੀਂ ਡਿਵੈਲਪ ਹੋਈ। ਹੁਣ ਉੱਥੇ ਗ੍ਰੀਨ ਬੈਲਟ ਬਣ ਗਈ, ਜਦੋਂ ਉਹਦੀ ਗੱਲ ਆਈ ਤੇ ਉਹ ਕੋਰਟ 'ਚ ਵੀ ਗਏ, ਕੋਰਟ ਤੋਂ ਉਹਨਾਂ ਨੇ ਸਟੇ ਲਿਆ ਹੋਇਆ, ਕੋਰਟ ਜੋ ਫੈਸਲਾ ਕਰੇਗੀ। ਔਰ ਕੋਰਟ ਦੇ ਹੀ ਆਰਡਰ ਸੀਗੇ ਪਹਿਲੇ ਜਿਹੜੇ ਲੋਅਰ ਕੋਰਟ 'ਚ ਗਏ ਸੀ ਕਿ ਇਹਨੂੰ ਤੁਸੀਂ ਕਰਕੇ, ਕਮਿਸ਼ਨਰ ਸਾਹਿਬ ਨੂੰ ਆਰਡਰ ਸੀਗੇ ਕਿ ਤੁਸੀਂ ਐਕਸ਼ਨ ਲੈ ਕੇ ਇਹਨੂੰ ਖਤਮ ਕਰੋ, ਇਹ ਰਸਤਾ ਨਹੀਂ ਹੈਗਾ। ਮਗਰ ਉਹ ਅੱਗੇ ਗਏ ਆ, ਹਾਈ ਕੋਰਟ ਤੋਂ ਉਹਨਾਂ ਨੇ ਸਟੇ ਲਿਆ, ਉਹ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਜੋ ਵੀ ਹੋਏਗਾ ਅਸੀਂ ਵੀ ਉਹਨਾਂ ਦੀ ਫੇਵਰ 'ਚ ਹੈ, ਅਗਰ ਉਹਨਾਂ ਨੂੰ ਮਿਲ ਜਾਏ ਤਾਂ ਚੰਗੀ ਗੱਲ ਹੈ, ਬਿਲਕੁਲ ਮਿਲਣਾ। ਉਹਨਾਂ ਦਾ ਦਾਅਵਾ ਇਹ ਹੈ, ਇਹ ਪੁਰਾਣਾ ਮੁਰੱਬੇਬੰਦੀ ਜਦੋਂ ਹੋਈ ਹੈ ਉਦੋਂ ਰਾਹ ਸੀਗਾ ਵਿੱਚ, ਤੇ ਇਹ ਅੱਜ ਤੋਂ ਆਪਾਂ 200 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਉਹ ਸਾਰੀ ਜਿੱਥੇ ਰਾਹ ਬਣਿਆ ਉੱਥੇ ਸਾਰੀ ਟਰਨਿੰਗ ਵੀ ਹੋ ਗਈ ਸੀ। ਫਿਰ ਪਤਾ ਨਹੀਂ ਕੋਈ ਸਿਆਸੀ ਚੱਕਰ ਚੱਲਿਆ, ਉਹਨਾਂ ਦਾ ਕਹਿਣ ਦਾ ਮਤਲਬ ਹੈ, ਜਾਂ ਚਰਚਾਵਾਂ ਜਿਹੜੀਆਂ ਆ ਰਹੀਆਂ ਨੇ, ਉਦੋਂ ਬਾਅਦ ਉਹ ਉੱਥੇ ਰੁਕ ਗਿਆ। ਕੋਈ ਸਿਆਸੀ ਤਾਂ ਜਿੰਨਾ ਮੈਂ ਇਹਨੂੰ ਸਟੱਡੀ ਕੀਤਾ, ਮੇਰੇ ਕੋਲ ਵੀ ਲੋਕ ਆਏ ਸੀਗੇ ਔਰ ਮੈਂ ਪੁੱਛਿਆ, ਉਹ ਕੋਰਟ ਦੇ ਹੀ, ਕਿਉਂਕਿ ਕੋਰਟ ਨੇ ਜੋ ਆਰਡਰ ਕੀਤੇ ਆ ਉਹਦੇ ਬਿਹਾਫ ਤੇ ਉਹਦੇ ਤੇ ਕਾਰਵਾਈ ਹੋਣ ਲੱਗੀ ਸੀਗੀ, ਦੈਨ ਇਹਨਾਂ ਨੇ ਸਟੇ ਲੈ ਲਈ ਤੇ ਉਹ ਕਾਰਵਾਈ ਜਿਹੜੀ ਹੈ ਉਹ ਰੁਕ ਗਈ, ਐਜ਼ ਇਟ ਇਜ਼ ਹੀ ਹੈ। ਔਰ ਅਗਰ ਆਪਣਾ ਟ੍ਰੈਫਿਕ ਪੁਲਿਸ ਜਾਂ ਉਹਨਾਂ ਦਾ ਕੋਈ ਓਬਜੈਕਸ਼ਨ ਨਹੀਂ ਹੋਵੇ, ਸਾਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈ। ਨਹੀਂ ਤੁਸੀਂ ਉਹਨਾਂ ਦੇ ਅਗਰ ਕਹਿੰਦੇ ਆ ਆਪਾਂ ਬਿਲਕੁਲ ਪੱਖ 'ਚ ਜੀ, ਮਿਲਣਾ ਚਾਹੀਦਾ ਪਿੰਡ ਵਾਲਿਆਂ ਦਾ। ਅਗਰ ਰਸਤਾ ਹੈਗਾ, ਇੰਨਾ ਪੁਰਾਣਾ ਰਸਤਾ ਹੈ ਤਾਂ ਜ਼ਰੂਰ ਹੋ ਜਾਣਾ ਚਾਹੀਦਾ ਉਹਨਾਂ ਨੂੰ। ਅੱਛਾ, ਹੁਣ ਤੁਸੀਂ ਦੱਸੋ ਵੀ ਐਤਕੀ ਜਿਹੜਾ ਵਿਰੋਧ ਤੁਸੀਂ ਮੰਨ ਨਹੀਂ ਰਹੇ, ਫਿਰ ਸਥਿਤੀ ਕਿਵੇਂ ਮੰਨਦੇ ਹੋ ਭਾਜਪਾ ਦੀ? 35 ਵਾਰਡ ਬਣ ਗਏ ਨੇ, 9 ਵਾਰਡ ਵੱਧ ਗਏ ਨੇ। ਪਹਿਲਾਂ ਤੁਹਾਡੀਆਂ ਚਲੋ ਅਕਾਲੀ ਦਲ ਵੱਖਰਾ ਹੋ ਗਿਆ, ਇਕੱਲੇ ਲੜਨਾ ਤੁਸੀਂ ਪਹਿਲੀ ਵਾਰੀ। ਦੇਖੋ ਬਹੁਤ ਚੰਗੀ ਗੱਲ ਹੈ। ਅਕਾਲੀ ਦਲ ਤਾਂ ਵੈਸੇ ਤੁਹਾਨੂੰ ਪਤਾ ਭਾਜਪਾ ਦੀ ਵਿਸਾਖੀਆਂ ਤੇ ਸੀਗਾ ਚੰਡੀਗੜ੍ਹ ਦੇ ਵਿੱਚ, ਆਪਣਾ ਤਾਂ ਉਹਨਾਂ ਦਾ ਕੁਛ ਆਧਾਰ ਨਹੀਂ ਹੈਗਾ। ਜਿੱਥੇ ਉਹਨਾਂ ਦਾ ਇੱਕ ਕਾਉਂਸਲਰ ਜਿੱਤਿਆ ਵੀ, 4 ਸੀਟਾਂ ਦਿੰਦੇ ਸੀ, ਇੱਕ ਜਿੱਤੀਆਂ, ਉਹ ਵੀ ਪ੍ਰੋ ਬੀਜੇਪੀ ਵਾਰਡ ਹੈ, ਉਹ ਸਾਡੇ ਹੀ ਕਾਰਜਕਰਤਾ ਕੰਮ ਕਰਦੇ ਆ ਉੱਥੇ, ਤੇ ਉਹ ਜਿੱਤੇ ਨੇ ਉੱਥੋਂ। ਤੇ ਇਸ ਵਾਰ ਉਹਨਾਂ ਨੂੰ ਮੁਸ਼ਕਿਲ ਪਈ ਹੋਈ ਹੈ ਕਿੱਥੋਂ ਲੜੀਏ ਤੇ ਕਿਹੜਾ ਜਿੱਤ ਸਕਦੇ ਆ, ਉਹਨਾਂ ਨੂੰ ਕੈਂਡੀਡੇਟ ਤੱਕ ਨਹੀਂ ਮਿਲੇ। ਮਗਰ ਮੈਂ ਭਾਜਪਾ ਦੀ ਜ਼ਰੂਰ ਗੱਲ ਕਹਿੰਦਾ ਕਿ ਆਪਾਂ ਸਿਰਫ ਔਰ ਸਿਰਫ ਆਪਾਂ ਰਾਜਨੀਤੀ 'ਚ ਵਿਸ਼ਵਾਸ ਨਹੀਂ ਰੱਖਦੇ, ਕੰਮ 'ਚ ਵਿਸ਼ਵਾਸ ਰੱਖਦੇ ਹਾਂ ਤੇ ਕੰਮ ਦੇ ਆਧਾਰ ਤੇ ਹੀ ਲੋਕਾਂ ਕੋਲ ਜਾਵਾਂਗੇ। ਔਰ ਸ਼ਹਿਰ ਦੀ ਜਨਤਾ ਦੇ ਵਿੱਚ ਬਿਲਕੁਲ ਬੜੀ ਪੋਜ਼ਿਟਿਵਿਟੀ ਹੈ। ਉਹ ਦੇਖਦੇ ਆ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨੂੰ ਕਿਤੇ ਵੀ ਰਾਜਨੀਤਿਕ ਪਾਰਟੀ ਨਾਲ ਜੋੜ ਕੇ ਉਹ ਨਹੀਂ ਦੇਖਦੇ, ਉਹ ਦੇਖਦੇ ਨੇ ਕਿ ਕਿਹੜੇ ਬੰਦੇ ਵਿਕਾਸ ਦੇ ਕੰਮ ਕਰ ਰਹੇ ਨੇ, ਕਿਹੜੇ ਨਹੀਂ ਕਰ ਰਹੇ। ਔਰ ਮੈਨੂੰ ਪੂਰੀ ਉਮੀਦ ਹੈ ਔਰ ਭਾਜਪਾ ਜਿਹੜੀ ਹੈ 35 ਦੀ 35 ਸੀਟਾਂ ਇਸ ਵਾਰ ਜਿੱਤੇਗੀ। ਤੇ ਜਿਹੜੇ ਪਿੰਡ 9 ਸ਼ਾਮਲ ਕੀਤੇ, ਜਿਹੜਾ ਵਿਰੋਧ ਹੋ ਰਿਹਾ ਫਿਰ ਐਵੇਂ ਹੋ ਰਿਹਾ, ਸਿਕਿਉਰਿਟੀ ਇੰਨੀ ਹੁੰਦੀ ਹੈ ਕਿ ਪਿੰਡ ਦੀਆਂ ਸਾਰੀਆਂ ਗਲੀਆਂ ਬੰਦ ਹੁੰਦੀਆਂ। ਦੇਖੋ ਜਦੋਂ ਤੁਸੀਂ ਜਿੱਤਦੇ ਆ, ਇਲੈਕਸ਼ਨ ਲੜਦੇ ਆ, 100% ਵੋਟ ਤਾਂ ਤੁਹਾਨੂੰ ਨਹੀਂ ਪੈਂਦੀ ਜੀ, ਬਟ ਮੈਂ ਇੰਨਾ ਜ਼ਰੂਰ ਕਹਿ ਸਕਦਾ ਕਿ ਜਿੱਥੇ ਵੀ ਪਿੰਡਾਂ ਦੇ ਵੀ ਕੁਝ ਲੋਕ ਵਿਰੋਧ ਕਰ ਰਹੇ ਨੇ, ਉਹ ਚੰਦ ਲੋਕ ਨੇ ਜੀ,
ਮੈਜੋਰਟੀ ਜਿਹੜੀ ਆ ਉਹ ਭਾਜਪਾ ਦੇ ਵਿਕਾਸ ਦੇ ਨਾਲ ਹੈ। ਚਲੋ ਤੁਸੀਂ ਕਹਿੰਦੇ 100% ਨਹੀਂ ਹੁੰਦੀ, ਫਿਰ 35 ਚੋਂ ਕਿੰਨੀਆਂ? 35 ਚੋਂ 35 ਨਾਲੇ ਤੁਸੀਂ ਕਹਿੰਦੇ 100% ਹੈ ਨਹੀਂ ਸਰ। 100% ਮਤਲਬ ਵੋਟਾਂ ਦੀ ਗੱਲ ਕਹਿ ਰਹੇ ਹਾਂ ਅੱਛਾ ਕਿ ਵਿਰੋਧ ਕਰ ਰਹੇ ਹਾਂ, ਅਗਰ 20 ਵਿਰੋਧ ਕਰ ਰਹੇ ਹਾਂ 100 ਦੇ ਪਿੱਛੇ ਤੇ 80 ਤੇ ਸਾਡੀਆਂ ਹੀ ਹੈ ਜੀ। ਤੇ ਕੋਈ ਉਹਦਾ ਫਰਕ ਨਹੀਂ ਹੈਗਾ ਉਹ। ਔਰ ਕਿਸਾਨੀ ਦਾ ਮੁੱਦਾ ਚੰਡੀਗੜ੍ਹ 'ਚ ਨਹੀਂ ਹੈਗਾ, ਇਹ ਤਾਂ ਇੱਕ ਰਾਜਨੀਤਿਕ ਸਟੰਟ ਬਣਾਇਆ ਹੋਇਆ। ਕੁਝ ਲੋਕਾਂ ਦੀ ਚੁਣਾਵ ਲੜਨ ਦੀ ਮਨਸ਼ਾ ਹੈ, ਉਹ ਲੋਕ ਲੱਗੇ ਹੋਏ ਨੇ, ਕਰੀ ਜਾਣ, ਉਹਨਾਂ ਦੇ ਆਪਣੀ ਉਹ ਹੈ ਸੋਚ ਹੈ, ਉਹਨਾਂ ਨੇ ਆਪਣਾ ਕੰਮ ਕਰਨਾ। ਮਗਰ ਅਸੀਂ ਸ਼ਹਿਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਤੇ ਆਪਾਂ ਆਪਣੇ ਵਿਕਾਸ ਦੀ ਜਿਹੜੀ ਰਾਹ ਉਦੋਂ ਦੇਖ ਕੇ ਕੰਮ ਕਰ ਰਹੇ ਹਾਂ। ਇਹ ਸਨ ਸ਼੍ਰੀ ਰਵੀਕਾਂਤ ਸ਼ਰਮਾ ਜੀ, ਜੋ ਭਾਜਪਾ ਤੋਂ ਮੇਅਰ ਨੇ, ਜਿਹੜੇ ਆਪਦੀ ਦਾਅਵੇ ਨਾਲ ਕਹਿ ਰਹੇ ਨੇ ਕਿ ਚੰਡੀਗੜ੍ਹ ਦੇ ਵਿੱਚ ਕਿਸਾਨ ਅੰਦੋਲਨ ਦਾ ਕੋਈ ਪ੍ਰਭਾਵ ਨਹੀਂ, ਇੱਥੇ ਕਿਸਾਨ ਹੈ ਨਹੀਂ। ਪਰ ਉਹਨਾਂ ਨੇ ਆਪਦੇ ਕੰਮਾਂ ਦੀਆਂ ਗਿਣਤੀਆਂ ਗਿਣਾਈਆਂ ਨੇ ਕਿ ਪਿੰਡਾਂ ਨੂੰ ਲੈ ਕੇ ਉਹ ਬੜੇ ਸੰਵੇਦਨਸ਼ੀਲ ਤਰੀਕੇ ਨਾਲ ਕਹਿ ਰਹੇ ਕਿ ਅਸੀਂ ਉੱਥੇ ਬਹੁਤ ਜ਼ਿਆਦਾ ਕੰਮ ਕੀਤਾ, ਅਸੀਂ ਉਹਨੂੰ ਪ੍ਰਾਇੋਰਟੀ 'ਤੇ ਲਵਾਂਗੇ। ਲਾਲ ਡੋਰੇ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਮਸਲਾ ਚਾਹੇ ਕੇਂਦਰ ਦਾ ਹੈ, ਪਰ ਕੇਂਦਰ 'ਚ ਵੀ ਇਹਨਾਂ ਦੀ ਸਰਕਾਰ ਹੈ, ਉਹ ਲੱਗੇ ਹੋਏ ਨੇ, ਸਾਰੀਆਂ ਜੋ ਬਣਦੀਆਂ ਕਾਰਵਾਈਆਂ ਦਿੱਤੀਆਂ ਹੋਈਆਂ ਨੇ। ਡੰਪਿੰਗ ਗਰਾਊਂਡ 'ਤੇ ਉਹਨਾਂ ਨੇ ਕਿਹਾ ਕਿ ਇਸ ਸਾਲ ਦੇ ਐਂਡ ਤੱਕ ਜਦੋਂ ਉਹਨਾਂ ਦੀ ਟੈਨਿਓਰ ਖਤਮ ਹੋਏਗੀ ਉਦੋਂ ਤੱਕ ਜਿਹੜੀ ਉਹਦੀ ਜਾਣੀ ਅਸਲੀ ਕਾਰਵਾਈ ਹੈ ਉਹ ਹੋ ਜਾਣੀ ਹੈ ਅਤੇ ਹੱਲ ਹੋਣਾ। ਕੂੜੇ ਬਾਰੇ ਉਹਨਾਂ ਨੇ ਕਿਹਾ ਕਿ ਕੂੜਾ ਵਰਦੀ ਪਲਾਂਟ ਲਗਾ ਦਿੱਤਾ, ਹੁਣ ਕਾਰਪੋਰੇਸ਼ਨ ਨੇ ਆਪਦੇ ਅੰਡਰ ਲੈ ਲਿਆ ਅਤੇ ਉਹ ਦਿਨ ਪ੍ਰਤੀ ਦਿਨ ਉਹਨੂੰ ਹੋਰ ਸੁਧਾਰਨਗੇ। ਬਾਕੀ ਇੱਕ ਹੋਰ ਗੱਲ ਕੀਤੀ, ਜਿਹੜੀ ਬਜਟ ਦੀ ਗੱਲ ਸੀਗੀ, ਬਜਟ ਦੇ ਵਿੱਚ ਇਹ ਹੈ ਕਿ ਉਹਨਾਂ ਦੀ ਡਿਮਾਂਡ ਸੀਗੀ ਕਿ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਕੁਝ ਵਿਭਾਗ ਨੇ ਉਹ ਕਾਰਪੋਰੇਸ਼ਨ ਜ਼ਿਆਦਾ ਸੇਵਾਵਾਂ ਦਿੰਦਾ, ਉਹਨਾਂ ਨੂੰ ਉਹਦਾ ਜਿਹੜਾ ਮਾਲੀਆ ਮਿਲਣਾ ਚਾਹੀਦਾ। ਉਹ ਵੀ ਤਕਰੀਬਨ ਉਹ ਕਹਿੰਦੇ ਕਿ ਅਸੀਂ ਹੱਲ ਹੋ ਗਿਆ। ਸੰਬੰਧਿਤ ਅਦਾਰਿਆਂ ਨੂੰ, ਸੰਬੰਧਿਤ ਵਿਭਾਗ ਨੂੰ, ਮੰਤਰਾਲੇ ਨੂੰ ਉਹ ਰਿਕਮੈਂਡੇਸ਼ਨ ਭੇਜ ਦਿੱਤੀ ਹੈ, ਰਿਮਾਈਂਡਰ ਵੀ ਪਾ ਦਿੱਤੇ ਨੇ, ਅਤੇ ਹੋ ਸਕਦਾ ਵੀ RLA ਉਹਨਾਂ ਨੂੰ ਮਿਲ ਜੇ ਅਤੇ 300 ਕਰੋੜ ਦਾ ਫਾਇਦਾ ਹੋਏਗਾ। ਜਿਹੜੀ ਬਜਟ ਦੀ ਗੱਲ ਰਹੀ ਸੀ ਉਹ ਵੀ ਹੋ ਜਾਏਗੀ। ਉਹਨਾਂ ਨੂੰ ਬੜਾ ਵਿਸ਼ਵਾਸ ਹੈ ਕਿ ਲੋਕਾਂ ਲਈ ਉਹਨਾਂ ਨੇ ਹੁਣ ਤੱਕ ਵਿਕਾਸ ਦੇ ਕੰਮ ਕੀਤੇ ਆ। ਜਿਹੜੇ ਪਿੰਡ ਵੱਖਰੇ ਸੀਗੇ ਉਹ ਕਾਰਪੋਰੇਸ਼ਨ ਵਿੱਚ ਆ ਗਏ ਨੇ, ਹੁਣ ਉਹਨਾਂ ਦਾ ਵਿਕਾਸ ਸੈਕਟਰਾਂ ਦੀ ਤਰਜ਼ 'ਤੇ ਹੀ ਹੋਏਗਾ। ਪਰ ਦੇਖਣਾ ਇਹ ਹੈ ਕਿ ਉਹਨਾਂ ਦਾ ਦਾਅਵਾ ਕਿੰਨਾ ਕੁ ਸੱਚ ਹੈ ਕਿ ਕਿਸਾਨ ਅੰਦੋਲਨ ਦਾ ਇੱਥੇ ਪ੍ਰਭਾਵਿਤ ਹੈ ਜਾਂ ਨਹੀਂ ਹੈ। ਦੂਸਰਾ, ਉਹਨਾਂ ਅਟੈਕ ਨੂੰ ਵੀ ਮੰਨਦੇ ਆ, ਜੋ ਉਹਨਾਂ 'ਤੇ ਅਟੈਕ ਹੋਇਆ। ਅਟੈਕ ਦੇ ਵਿੱਚ ਉਹ ਕਹਿੰਦੇ ਵੀ ਉਹ ਜਿਹੜੇ ਸ਼ਰਾਰਤੀ ਅਨਸਰ ਸੀਗੇ ਕਿਸਾਨ ਨਹੀਂ ਸੀਗੇ ਅਤੇ ਨਾ ਹੀ ਉਹ ਚੰਡੀਗੜ੍ਹ ਦੇ ਵਸਨੀਕ ਸੀਗੇ। ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੀ ਜਨਤਾ ਦੱਸੇਗੀ ਕਿ ਭਾਜਪਾ ਨੂੰ ਕਿਸ ਰੁੱਖ ਨਾਲ ਦੇਖਦੇ ਆ। ਅਸੀਂ ਅਜਿਹੀਆਂ ਚਰਚਾਵਾਂ ਦਿੰਦੇ ਰਹੇ ਹਾਂ, ਦਰਸ਼ਕਾਂ ਵਿੱਚ ਰੱਖਦੇ ਰਹੇ ਹਾਂ। ਦਰਸ਼ਕਾਂ ਨੂੰ ਸਾਡੀ ਇਹ ਕੋਸ਼ਿਸ਼ ਠੀਕ ਲੱਗਦੀ ਹੈ ਤਾਂ ਸਾਡੇ ਇਸ ਪ੍ਰੋਗਰਾਮ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦੇਣ, ਅਤੇ ਸਾਡੇ ਪ੍ਰੋਗਰਾਮ ਦਾ ਨੋਟੀਫਿਕੇਸ਼ਨ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਰਹਿਣ ਅਤੇ ਲਗਾਤਾਰ ਵੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।